ਕਹਿੰਦੇ ਆ ਵੀ ਤੁਸੀਂ ਆਪਣੀ ਮੈਨੀਫੈਸਟੋ ਦੇ ਮੁਤਾਬਕ ਕਰਜ਼ਾ ਮਾਫੀ ਨਹੀਂ ਕੀਤੀ, ਤੁਹਾਡੇ ਕਰਕੇ ਉਹਨਾਂ ਨੇ ਕਰਜ਼ੇ ਭਰਾਏ ਨਹੀਂ। ਇਹਨਾਂ ਦੇ ਵੀ ਪਿਛੋਕੜ 'ਚ ਜਾਓ ਜਿਹੜੇ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਿੰਦੇ ਰਹੇ ਤੇ ਕਿਸਾਨੀ ਤੇ ਹੀ ਇੰਨੇ ਸਾਲ ਪੋਲਿਟਿਕਸ ਕਰਦੇ ਰਹੇ। ਇਹਨਾਂ ਨੇ ਕਿਸਾਨਾਂ ਵਾਸਤੇ ਕੀਤਾ ਕੀ ਹੈ? ਇਹ ਆਪ ਕਹਿੰਦੇ ਰਹੇ ਵੀ ਅਸੀਂ ਤੁਹਾਨੂੰ ਕੋਈ ਮਦਦ ਕਰਾਂਗੇ, ਤੁਹਾਨੂੰ ਇਹ ਉਹਨਾਂ ਦੇ ਟਾਈਮ ਤੇ ਇਹਨਾਂ ਦੇ ਆਸਰੇ ਨਹੀਂ ਉਹਨਾਂ ਨੇ ਆਪਣੇ ਕਰਜ਼ੇ ਵਧਾ ਲਏ। ਇਹ ਬੇਮਾਨੀ ਗੱਲਾਂ ਆ। ਹਰ ਕਿਸਾਨ ਆਪਣੇ ਆਪ ਮੈਨੇਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰਕਾਰ ਨੇ ਤਾਂ ਅਗਾਂਹ ਵੱਧ ਕੇ ਉਹਨਾਂ ਦਾ ਹੱਥ ਫੜਿਆ ਔਰ ਜਿਹੇ ਜਿਹੇ ਫਾਈਨੈਂਸ਼ੀਅਲ ਹਾਲਾਤ ਛੋੜ ਕੇ ਗਏ ਸੀਗੇ 2017 'ਚ, ਉਹਦੇ ਬਾਵਜੂਦ ਇੰਨੇ ਤਾਦਾਦ ਵਿੱਚ ਕਰਜ਼ੇ ਮਾਫ ਹੋਣਾ ਸਾਰੇ ਹਿੰਦੁਸਤਾਨ 'ਚ ਆਪਣੇ ਆਪ 'ਚ ਇੱਕ ਰਿਕਾਰਡ ਹੈ। ਚਲੋ ਤੁਸੀਂ ਕਹੋਗੇ ਫਿਰ ਅਕਾਲੀ ਦਲ ਦੀ ਗੱਲ ਕਰ ਦਿੰਦਾ। ਅਕਾਲੀ ਦਲ ਕਹਿੰਦਾ ਕਿ ਦੇਖੋ ਜੀ ਅਸੀਂ ਤਾਂ ਜਿਹੜੀ ਬਿਜਲੀ ਵਾਲਾ ਬੰਬੀਆਂ ਦੇ ਮੋਟਰ ਦੇ ਬਿੱਲ ਅਸੀਂ ਮਾਫ ਕੀਤੇ, ਅਸੀਂ ਤਾਂ ਆਲਰੇਡੀ 5-6 ਹਜ਼ਾਰ ਕਰੋੜ ਦੇ ਰਹੇ ਸੀਗੇ। 14,000 ਕਰੋੜ ਅੱਜ ਅਸੀਂ ਦੇ ਰਹੇ। ਇਹਨਾਂ ਨੂੰ ਅਕਾਲੀ ਦਲ ਨੂੰ ਦੱਸਣਾ ਚਾਹੁੰਦੇ ਅੱਜ 14,000 ਕਰੋੜ ਅਸੀਂ ਪੰਜਾਬ ਦੇ ਕਿਸਾਨਾਂ ਨੂੰ, ਇੰਡਸਟਰੀਅਲਿਸਟਾਂ ਨੂੰ ਤੇ ਉਹਨਾਂ ਦੇ ਜਿਹੜੇ ਡੋਮੈਸਟਿਕ ਨੇ ਉਹਨਾਂ 14,000 ਹਰ ਸੈਕਟਰ ਨੂੰ ਦਿੱਤਾ ਹੈ। ਜਿਵੇਂ ਰੰਧਾਵਾ ਸਾਹਿਬ ਕਹਿ ਰਹੇ ਆ, ਉਹ ਜਿਹੜੀ ਬਿਜਲੀ ਮਾਫੀ ਸੀਗੀ ਉਹ ਜਾਰੀ ਰਹੀ, ਉਹਦੇ ਬਾਵਜੂਦ ਇਹ ਕਰਜ਼ੇ ਮਾਫ ਕੀਤੇ ਗਏ। ਨਾਲ ਉਹ ਜਿਹੜੀ ਸਬਸਿਡੀ ਸੀਗੀ ਐਗਰੀਕਲਚਰ ਸਬਸਿਡੀ ਦੇ ਨਾਲ ਇੰਡਸਟਰੀਅਲ ਸਬਸਿਡੀ ਦਿੱਤੀ ਗਈ, 5 ਰੁਪਏ ਬਿਜਲੀ ਕੀਤੀ ਗਈ, ਨਾਲ ਡੋਮੈਸਟਿਕ ਨੂੰ 200 ਯੂਨਿਟ ਫ੍ਰੀ ਕੀਤੇ ਗਏ ਸਭ ਨੂੰ ਜੀ। ਉਹ ਇਹ ਸਬਸਿਡੀ ਅੱਜ ਹਿੰਦੁਸਤਾਨ 'ਚ ਪੰਜਾਬ ਹੀ ਸੂਬਾ ਹੈ ਤਕਰੀਬਨ 14,000 ਕਰੋੜ ਜਿਵੇਂ ਰੰਧਾਵਾ ਸਾਹਿਬ ਨੇ ਦੱਸਿਆ ਸਭ ਤੋਂ ਜ਼ਿਆਦਾ ਸਬਸਿਡੀ ਦੇ ਰਿਹਾ ਹੈ ਇਲੈਕਟ੍ਰਿਸਿਟੀ ਤੇ। ਉਹ ਆਮ ਆਦਮੀ ਪਾਰਟੀ ਉਹਦੇ ਪਰ ਵੀ ਸਵਾਲ ਚੁੱਕਦੀ ਹੈ। ਆਮ ਆਦਮੀ ਪਾਰਟੀ ਉਹਦਾ ਵੀ ਜਮਾ ਮੈਂ ਤੁਹਾਡੇ ਕੋਲ ਆਮ ਆਦਮੀ ਪਾਰਟੀ ਦਾ ਵੀ ਦਵਾਂਗੇ ਕਿ ਜਿਹੜੀ ਇੱਥੇ ਮੈਨੂੰ ਇੱਕ ਸਮਝ ਨਹੀਂ ਆ ਰਹੀ ਕਿ ਕੇਜਰੀਵਾਲ ਸਾਹਿਬ ਜਿਹੜੇ ਪੰਜਾਬ 'ਚ ਗੱਲ ਕਰ ਰਹੇ ਇੱਥੇ ਤੇ ਬਿਨਾਂ ਮਾਸਕ ਤੋਂ ਤੁਰੇ ਬੈਠੇ ਰਹੇ ਨੇ ਤੇ ਦਿੱਲੀ 'ਚ ਕਹਿੰਦੇ ਜਿਹੜਾ ਮਾਸਕ ਪਾ ਕੇ ਅਗਰ ਅਸੀਂ ਚਲਾਨ ਕਰਾਂਗੇ ਤੇ ਇਹਦੇ ਕਰਕੇ ਧੂਆਂ ਜਿਹੜਾ ਉੱਡ ਕੇ ਸਿੱਧਾ ਪਹੁੰਚ ਜਾਂਦਾ ਦਿੱਲੀ ਦੇ ਵਿੱਚ। ਉਹਦਾ ਤੇ ਕਦੀ ਕੇਜਰੀਵਾਲ ਜਾਂ ਇਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ। ਇਹਨਾਂ ਨੂੰ ਹਰਿਆਣਾ 'ਚ ਧੂਆਂ ਸਾਡਾ ਖੜਾ ਨਹੀਂ ਹੁੰਦਾ ਤੇ ਸਿੱਧਾ ਜਾ ਕੇ ਉੱਥੇ ਪੈ ਜਾਂਦਾ। ਪਾਣੀ ਦੀ ਗੱਲ ਕਰੀਏ ਇਹ ਜਿਹੜੀਆਂ ਚੀਜ਼ਾਂ ਨੇ ਆਮ ਆਦਮੀ ਪਾਰਟੀ ਮੈਂ ਅੱਗੇ ਤੁਹਾਨੂੰ ਕਹਿ ਜਦੋਂ ਚਲਾਇਆ ਮੈਂ ਕਿਹਾ ਇਹ ਵੇਖੋ ਝੂਠ ਨੂੰ ਸੱਚ ਬਣਾਉਣ ਲਈ ਇਹ ਚੀਜ਼ ਨਹੀਂ ਪੰਜਾਬ ਦੇ ਲੋਕਾਂ ਨੇ ਸੁਣਨੀ। ਜੇ ਇੱਕ ਜਿਹੜਾ ਸਰਵੇ ਪਿੱਛੇ ਆ ਉਹਦੇ ਤੇ ਹੀ ਆ ਜਾਂਦਾ ਕਿ ਝੂਠ। 2017 ਦੇ ਵਿੱਚ ਵੀ ਸਰਵੇ ਆਇਆ ਸੀ, ਉਦੋਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ 115 ਸੀਟਾਂ ਲੈ ਕੇ ਜਾਵਾਂਗੇ ਤੇ 24 ਤੇ ਆ ਗਏ ਤੇ ਅੱਜ ਇਹਨਾਂ ਨੇ ਕਿਹਾ ਕਿ ਅਸੀਂ ਇੰਡੀਆਂ ਲੈ ਜਾਾਂਗੇ ਤੇ ਇਹ 3 ਤੋਂ 4 ਤੋਂ ਵੱਧ ਨਹੀਂ ਲੈ ਕੇ ਜਾਣਗੇ। ਚਲੋ ਆਪਾਂ ਪ੍ਰੋਕਿਉਰਮੈਂਟ ਵਾਲੇ ਪਾਸੇ ਨੂੰ ਵਧੀਆ ਆ ਗਏ। ਫੈਸਲਾ ਜਨਤਾ ਨੇ ਕਰਨਾ ਜੀ। ਬਿਲਕੁਲ ਜਨਤਾ ਨੇ ਫੈਸਲਾ ਕਰਨਾ। ਟਾਈਮ ਆਉਣ ਵਾਲਾ ਆ ਗਿਆ ਕਿਉਂਕਿ ਫਸਲ ਤਿਆਰ ਹੈ ਜੀ ਮੰਡੀਆਂ ਚ ਆਉਣ ਲਈ। ਆਸ਼ੂ ਜੀ ਤੇ ਕਾਫੀ ਜ਼ਿੰਮੇਵਾਰੀ ਹੈ। ਬਿਲਕੁਲ ਜ਼ਿੰਮੇਵਾਰੀ ਹੈਗੀ ਹੈ। ਮਨਿੰਦਰ ਇੱਕ ਜ਼ਹਿਨ 'ਚ ਮੇਰੇ ਸਵਾਲ ਹੈ, ਉਸ ਤੋਂ ਬਾਅਦ ਤੁਸੀਂ ਜ਼ਰੂਰ ਪੁੱਛਿਓ। ਪ੍ਰੋਕਿਉਰਮੈਂਟ ਨੂੰ ਲੈ ਕੇ ਇਨਫੈਕਟ ਮੇਰੇ 2 ਸਵਾਲ ਨੇ। ਇੱਕ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਜੇ ਮੈਂ ਐਕਸਟ੍ਰੀਮ ਸੋਚਾਂ ਸਰ ਕਿ ਖੇਤੀ ਕਾਨੂੰਨ ਲਾਗੂ ਹੋ ਗਏ ਜੋ ਆਪਾਂ ਖਦਸ਼ੇ ਜਤਾ ਰਹੇ ਹਾਂ ਕਿ 4 ਸਾਲ ਬਾਅਦ ਕੇਂਦਰ ਦੀ ਸਰਕਾਰ ਹੱਥ ਪਿੱਛੇ ਖਿੱਚ ਲੇਗੀ ਪ੍ਰੋਕਿਉਰਮੈਂਟ ਨੂੰ। ਪੰਜਾਬ ਦਾ ਕਿਸਾਨ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜੇਕਰ ਐਵੇਂ ਹੋ ਗਿਆ 4 ਸਾਲ ਬਾਅਦ ਇਹ ਸਿਚੁਏਸ਼ਨ ਆ ਗਈ ਕਿ ਕੇਂਦਰ ਦੀ ਸਰਕਾਰ CCL ਨਹੀਂ ਦੇ ਰਹੀ ਤਾਂ ਕੀ ਪੰਜਾਬ ਦੇ ਕੋਲ ਐਸੀ ਕੋਈ ਤਿਆਰੀ ਹੈ ਕਿ ਪੰਜਾਬ ਦੇ ਲੋਕਾਂ ਦਾ ਕਣਕ ਝੋਨਾ ਅਸੀਂ ਖਰੀਦ ਸਕੀਏ? ਕੀ ਤੁਹਾਡੇ ਡਿਪਾਰਟਮੈਂਟ ਲਈ ਕੋਈ ਐਸੀ ਰੂਪਰੇਖਾ ਤਿਆਰ ਕਰ ਰਿਹਾ ਕਿ ਐਕਸਟ੍ਰੀਮ ਸੋਚ ਲਓ ਨਾ, ਕਈ ਵਾਰ ਆਪਾਂ ਸੋਚਦੇ ਹਾਂ ਕਿ ਚਲੋ ਇਹ ਨਹੀਂ ਹੋਊਗਾ ਪਰ ਜੇ ਹੋ ਗਿਆ ਤਾਂ ਫਿਰ ਕੀ ਕਰਾਂ? ਤੁਸੀਂ ਮਤਲਬ ਰਾਹ ਦੇਣਾ ਚਾਹੁੰਦੇ ਹੋ ਸੈਂਟਰ ਗਵਰਨਮੈਂਟ ਨੂੰ ਕਿ ਅਸੀਂ ਤਿਆਰੀ ਕਰ ਲਈਏ ਤੇ ਤੁਸੀਂ ਭੱਜ ਲਈਏ? ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਾ ਜੀ। ਇਹ ਜਮਹੂਰੀਅਤ ਹੈ। ਇਸੇ ਹੀ ਪੰਜਾਬ ਨੇ ਜਦੋਂ ਹਿੰਦੁਸਤਾਨ ਨੂੰ ਜ਼ਰੂਰਤ ਸੀ ਇਸੇ ਹੀ ਪੰਜਾਬ ਦੇ ਕਿਸਾਨ ਨੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ ਤੇ ਅੱਜ ਸੈਂਟਰ ਦੀ ਓਨੀ ਹੋਈ ਜ਼ਿੰਮੇਵਾਰੀ ਰਹੇਗੀ ਇਸ ਕਿਸਾਨ ਨੂੰ ਸਾਂਭਣ ਦੀ। ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਰਿਹਾ ਪਰ ਸਟੇਟ ਗਵਰਨਮੈਂਟ ਕਦੀ ਨਹੀਂ ਭੱਜੀ। ਉਹਨਾਂ ਦੀ ਫਾਈਨੈਂਸ਼ੀਅਲੀ ਵੀ ਮਦਦ ਕਰਦੀ ਰਹੀ ਹੈ, ਚਾਹੇ ਇਲੈਕਟ੍ਰਿਸਿਟੀ ਸਬਸਿਡੀ ਹੋਵੇ ਤੇ ਚਾਹੇ ਕਰਜ਼ਾ ਮਾਫੀ ਹੋਵੇ ਜਾਂ ਹੋਰ ਕਿਸੇ ਵੀ ਤਰੀਕੇ ਨਾਲ। ਅਸੀਂ ਉਹਨਾਂ ਨੂੰ ਭੱਜਣ ਨਹੀਂ ਦੇਣਾ ਔਰ ਇਹੀ ਲੜਾਈ ਹੈ ਜਿਸ ਕਰਕੇ ਅੱਜ ਪਾਣੀਆਂ ਦਾ ਰਾਖਾ ਤਾਂ ਕਹਿੰਦੇ ਸੀ ਤੇ ਕਿਸਾਨੀ ਦਾ ਰਾਖਾ ਵੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਹਿਣ ਲੱਗ ਗਏ। ਅੱਗੇ ਵੱਧ ਕੇ ਉਹਨਾਂ ਨੇ ਕਿਸਾਨਾਂ ਦਾ ਹੱਥ ਫੜਿਆ। ਇਹ 3 ਫਾਰਮਸ ਲਾ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਅਪੋਜ਼ ਕਰਿਆ, ਉਸ ਤੋਂ ਬਾਅਦ ਸਾਰਿਆਂ ਨੇ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ। ਕੁਝ ਪਾਰਟੀਆਂ ਜਿਹੜੀਆਂ ਅੱਜ ਅੱਗੇ ਮਖੌਟਾ ਲਾ ਕੇ ਜੋ ਰੰਧਾਵਾ ਸਾਹਿਬ ਨੇ ਕਿਹਾ ਆਈਆਂ ਨੇ ਉਹ ਤਾਂ ਇਹਨਾਂ ਦੀ ਪ੍ਰੋੜਤਾ ਕਰਦੀਆਂ ਰਹੀਆਂ, ਇਹਨਾਂ ਦੀ ਵਕਾਲਤ ਕਰਦੀਆਂ ਰਹੀਆਂ 4 ਮਹੀਨੇ। ਉਹਨਾਂ ਨੇ ਇਹੀ ਕਹੀ ਗਏ ਵੀ ਇਹਦੇ ਵਰਗਾ ਬਿੱਲ ਹੀ ਨਹੀਂ ਆਉਣਾ ਕਦੀ। ਪਰ ਫਿਰ ਵੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਮੇਰਾ ਸਵਾਲ ਇਸ ਕਰਕੇ ਵੀ ਸੀ ਸਰ ਕਿ ਸ਼ਾਇਦ ਤੁਸੀਂ ਵੀ ਪੜਿਆ ਹੋਏਗਾ ਕਿ ਦੇਸ਼ ਭਰ ਦੇ ਵਿੱਚ ਕਰੀਬ 25,000 ਕੇਂਦਰ ਘਟੇ ਨੇ ਪਿਛਲੇ ਸਮੇਂ 'ਚ, ਕਰੀਬ 1 ਸਾਲ ਦੇ ਵਿੱਚ। ਕਿ ਇਹ ਮਤਲਬ ਪੰਜਾਬ ਦੇ ਵਿੱਚ ਜੇ ਪ੍ਰੋਕਿਉਰਮੈਂਟ ਦੇ ਲਈ ਜਿਹੜੇ ਖਰੀਦ ਕੇਂਦਰ ਉਹ ਨਹੀਂ ਘਟੇ ਪਰ ਜੇ ਦੇਸ਼ ਭਰ ਦੇ ਵਿੱਚ ਘਟ ਰਹੇ ਨੇ ਤਾਂ ਐਂਡ ਆਫ ਦਾ ਡੇ ਪੰਜਾਬ ਤੇ ਵੀ ਤੁਹਾਡੇ ਤੇ ਵੀ ਪ੍ਰੈਸ਼ਰ ਆ ਸਕਦਾ। ਮੈਂ ਇਸ ਕਰਕੇ ਸਵਾਲ ਕਰ ਰਿਹਾ ਸੀ ਕਿ ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਪੰਜਾਬ ਸਰਕਾਰ ਕੁਝ ਸੋਚ ਰਹੀ ਹੈ ਕਿ ਇਸ ਤਰੀਕੇ ਦਾ ਕੋਈ ਰੋਡ ਮੈਪ ਹੈ? ਜਿੱਥੇ ਕੇਂਦਰ ਘਟੇ ਨੇ ਉੱਥੇ ਦੀਆਂ ਸਰਕਾਰਾਂ ਦੀ ਇਨਐਫੀਸ਼ੀਐਂਸੀ ਕਰਕੇ
ਤੇ ਸੈਂਟਰ ਗਵਰਨਮੈਂਟ ਦੀ ਮਦਦ ਟਾਈਮਲੀ ਨਾ ਪਹੁੰਚਣ ਕਰਕੇ ਘਟਦੇ ਆ। ਸਟੇਟ ਗਵਰਨਮੈਂਟ ਬਿਲਕੁਲ, ਅਸੀਂ ਤਾਂ ਅੱਜ ਵੀ ਪਿਛਲੇ 1 ਸਾਲ ਤੋਂ ਕੋਵਿਡ ਕਰਕੇ ਅਸੀਂ ਤਾਂ ਸੈਂਟਰ ਵਧਾਉਂਦੇ ਜਾ ਰਹੇ ਹਾਂ ਤਾਂ ਕਿ ਸਾਡੇ ਕਿਸੇ ਕਿਸਾਨ ਨੂੰ ਉੱਥੇ ਜਿੰਨੇ ਸਟੇਕ ਹੋਲਡਰ ਨੇ ਉਹਦੇ ਚਾਹੇ ਕਿਸਾਨ ਨੇ, ਚਾਹੇ ਸਾਡੀ ਲੇਬਰ ਹੈ, ਚਾਹੇ ਟਰਾਂਸਪੋਰਟਰ ਹੈ, ਚਾਹੇ ਆੜਤੀ ਹੈ, ਚਾਹੇ ਪ੍ਰੋਕਿਊਰਿੰਗ ਏਜੰਸੀਜ਼ ਦੇ ਸਾਡੇ ਅਫੀਸ਼ੀਅਲ ਨੇ, ਮੰਡੀ ਬੋਰਡ ਦੇ ਅਧਿਕਾਰੀ ਨੇ, ਉਹ ਸਾਰਿਆਂ ਨੂੰ ਕਿਤੇ ਕੋਈ ਪ੍ਰੋਬਲਮ ਨਾ ਆਵੇ। ਔਰ ਕੋਵਿਡ ਦੀਆਂ 2 ਪ੍ਰੋਕਿਊਰਮੈਂਟ ਅਸੀਂ ਇੰਨੀਆਂ ਸਕਸੈਸਫੁਲੀ ਕਰੀਆਂ ਔਰ ਐਡੇ ਚੈਲੰਜਿੰਗ ਪੀਰੀਅਡਸ ਕਰੀਆਂ, ਅਸੀਂ ਕਿਸੇ ਨੂੰ ਕੋਈ ਇੱਕ ਵੀ ਤੁਸੀਂ ਇੰਸਟੈਂਸ ਇਹੋ ਜਿਹਾ ਨਹੀਂ ਦੇਖਿਆ ਹੋਏਗਾ ਜਿੱਥੇ ਕੋਈ ਮੁਸ਼ਕਿਲ ਆਈ ਹੋਵੇ। ਹਰ ਚੀਜ਼ ਟਾਈਮਲੀ ਕੀਤੀ, ਲੋਕਾਂ ਨੂੰ ਬਚਾ ਕੇ ਰੱਖਿਆ ਤੇ ਹੁਣ ਇੱਕਦਮ ਸਰਜ ਦੁਬਾਰਾ ਆਈ ਹੈ ਤੇ ਉਹੀ ਚੈਲੰਜ ਸਾਹਮਣੇ ਖੜਾ ਹੈ ਤੇ ਅਸੀਂ ਹੁਣ ਦੁਬਾਰਾ 10 ਦਿਨ ਸੀਜ਼ਨ ਅੱਗੇ ਕੀਤਾ ਤਾਂ ਕਿ ਮੰਡੀਆਂ ਵਧਾ ਦਈਏ ਤੇ ਉਹਦੀਆਂ ਤਿਆਰੀਆਂ ਪੂਰੀਆਂ ਕਰ ਲਈਏ ਤਾਂ ਕਿ ਸਾਡੇ ਜਿਹੜੇ ਕਿਸਾਨ, ਲੇਬਰ, ਆੜਤੀਏ ਕਿਸੇ ਨੂੰ ਕੋਈ ਮੁਸ਼ਕਿਲ ਆ ਨਾ ਜਾਵੇ ਪ੍ਰੋਪਰਲੀ ਇਹਦੇ ਵਾਸਤੇ। ਪਰ ਜਿਹੜੀ ਗੱਲ ਤੁਸੀਂ ਪੁੱਛੀ ਕਹੀ ਹੈ ਸਾਨੂੰ ਵੀ ਆਉਣ ਵਾਲੇ ਟਾਈਮ 'ਚ ਕਿਹੜੇ ਖਦਸ਼ੇ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦਾ ਬੜਾ ਕਲੀਅਰਲੀ ਕਹਿਣਾ ਹੈ, ਨਾ ਮੈਂ ਆੜਤੀਆਂ ਦੀ ਬਾਂਹ ਛੱਡਣੀ ਹੈ, ਨਾ ਮੈਂ ਕਿਸਾਨਾਂ ਨੂੰ ਕੋਈ ਇੱਕ ਵੀ ਹਰਫਾਨ ਦੇਣਾ। ਇਹ ਜਿਹੜੇ ਫਾਰਮ ਲਾਜ਼ ਨੇ ਇਹਨਾਂ ਨੂੰ ਸਟੇਟ 'ਚ ਇੰਪਲੀਮੈਂਟ ਨਹੀਂ ਹੋਣ ਦੇਣਾ ਤੇ ਇਹ ਭੇਜਿਆ ਹੋਇਆ ਪਾਸ ਕਰਕੇ ਗਵਰਨਰ ਰੱਖ ਕੇ ਬੈਠੇ ਆ ਜਿਹੜਾ ਬਿਲਕੁਲ ਅਨਕਨਸਟੀਟਿਊਸ਼ਨਲ ਹੈ। ਭੇਜਣ ਰਾਸ਼ਟਰਪਤੀ ਜੀ ਨੂੰ, ਰਾਸ਼ਟਰਪਤੀ ਜੀ ਨਾ ਕਰਨ ਉੱਥੇ, ਇਹ 254(2) ਦੇ ਵਿੱਚ ਉੱਥੇ ਜਾਣਾ ਚਾਹੀਦਾ, ਉਹ ਨਾ ਕਰਨ। ਉਸ ਤੋਂ ਬਾਅਦ ਸਾਡੇ ਕੋਲ ਕੋਰਟ ਦੇ ਰਾਸਤੇ ਖੁੱਲੇ ਨੇ, ਅਸੀਂ ਲੜਾਈ ਲੜਾਂਗੇ, ਅਖੀਰ ਤੱਕ ਲੜਾਈ ਲੜਾਂਗੇ। ਆਸ਼ੂ ਜੀ, ਇੱਕ ਚੀਜ਼ ਪੰਜਾਬ ਦੇ ਚਾਹੇ ਪੰਜਾਬ ਦਾ ਸੁਭਾਅ ਕਰ ਲਓ ਕਿਸਾਨ ਦਾ, ਜਦੋਂ ਵੀ ਕਿਸਾਨ ਕੋਈ ਫਸਲ ਮੰਡੀ ਲੈ ਕੇ ਜਾਂਦਾ, ਮੈਂ ਖੁਦ ਖੇਤੀ ਕਰਦਾ ਰਿਹਾ ਤੇ ਤੁਸੀਂ ਆਪਾਂ ਆਮ ਹੀ ਸੁਣਦੇ ਆ ਕਿ ਫਸਲ ਮੰਡੀ ਸਿੱਟਣ ਚੱਲੇ ਆ, ਉਹ ਵਿਚਾਰਾ ਵੇਚਣ ਨਹੀਂ ਜਾਂਦਾਗਾ। ਤਾਂ ਕੇਂਦਰ ਸਰਕਾਰ ਹੋਵੇ ਚਾਹੇ ਕੋਈ ਵੀ ਸਰਕਾਰ, ਉਹਦੇ 'ਚ ਪਾਰਟੀ ਦੀ ਮੈਂ ਗੱਲ ਨਹੀਂ ਕਰਦਾ, ਕੀ ਐਂ ਕਿਉਂ ਲੱਗਦਾ ਹੈ ਵੀ ਅਸੀਂ ਕਿਸਾਨ ਨੂੰ ਜਿਹੜਾ ਪੈਸਾ ਦੇਣਾ, CCL ਦੇਣੀ ਹੈ ਜਾਂ ਪੈਸਾ ਦੇਣਾ, ਉਹ ਕਿਸਾਨ ਤੇ ਕੋਈ ਅਹਿਸਾਨ, ਉਹਨੂੰ ਦਾਨ ਕਰਨਾ ਹੈ ਜੀ? ਉਹ ਆਪਦੀ ਫਸਲ ਵੇਚ ਰਿਹਾ, ਆਪਦੀ ਫਸਲ ਦੇ ਰਿਹਾ, ਉਸ ਫਸਲ ਦੇ ਹੋਰ ਪ੍ਰੋਡਕਟ ਬਣਾ ਰਹੇ ਹੋ ਤੁਸੀਂ, ਉਹਨੂੰ 10-10, 20-20, 50-50, 100-100 ਗੁਣਾ ਤੇ ਵੇਚ ਰਹੇ ਹੋ, ਉਹਦੇ ਕਿੰਨੇ ਪ੍ਰੋਡਕਟ ਵਪਾਰੀ ਉਹਨੂੰ ਖਰੀਦ ਰਿਹਾ। ਤਾਂ ਕਿਸਾਨ ਤੇ ਇਹ ਅਹਿਸਾਨ ਵਾਲੀ ਗੱਲ ਕਿਉਂ ਹੁੰਦੀ ਹੈ ਕਿ ਇਹਨੂੰ ਇਹ ਦੇਣਾ ਸਰਕਾਰ ਸੋਚਦੀ ਹੈ? ਜਦੋਂ ਪ੍ਰੋਡਕਟ ਕਿਸਾਨ ਤੋਂ ਖਰੀਦਣਾ ਹੈ, ਜਿਹਨੂੰ ਲੋੜ ਹੀ ਨਹੀਂ ਤਾਂ ਨਾ ਖਰੀਦੋ। ਤੇ ਜੇ ਕਿਸਾਨ ਦੀ ਫਸਲ ਖਰੀਦੀ ਜਾ ਰਹੀ ਹੈ ਤਾਂ ਉਹਨੂੰ ਅਹਿਸਾਨ ਦੇ ਤੌਰ ਤੇ ਉਹਨੂੰ ਬੋਝ ਕਿਉਂ ਦੇਖਿਆ ਜਾ ਰਿਹਾ? ਕਿਸਾਨ ਨੂੰ ਉਹਦੀ ਫਸਲ ਦੀ ਪੇਮੈਂਟ ਕਰਨੀ ਹੈ, ਉਹਨੂੰ ਇੱਕ ਬੋਝ ਕਿਉਂ ਬਣਾ ਦਿੱਤਾ ਗਿਆ ਕਿ ਇੰਨਾ ਪੈਸਾ, ਅਸੀਂ ਕੇਂਦਰ ਦੇ ਬਿਆਨ ਵੀ ਸੁਣੇ ਨੇ, ਇੰਨਾ ਪੈਸਾ ਅਰੇਂਜ ਕਰਨਾ ਜੀ ਬੜਾ ਔਖਾ ਹੈ, ਵੱਡੇ ਵੱਡੇ ਚੈਲੰਜ ਨੇ। ਤਾਂ ਇੰਨਾ ਅਨਾਜ ਕਿਤੇ ਪਿਆ ਤਾਂ ਹੈ ਨਹੀਂ, ਖਪਤ ਹੋ ਰਿਹਾ ਨਾ, ਇਹਦਾ ਮਤਲਬ ਜਿੰਨੀ ਕੁ ਪੈਦਾਵਾਰ ਉਨੀ ਖਪਤ ਵੀ ਹੈ, ਤੁਸੀਂ ਉਹਦੇ ਤੋਂ ਪੈਸਾ ਵੱਟ ਰਹੇ ਹੋ। ਮੈਂ ਤੁਹਾਨੂੰ ਬਰਾੜ ਸਾਹਿਬ ਦੱਸਦਾ, 1 ਮਿੰਟ ਰੰਧਾਵਾ ਸਾਹਿਬ, ਇਹ ਕਿਸਾਨੀ ਤੇ ਚਾਹੇ ਇਹਸਾਨ ਕਰਦੇ ਹੋਣ ਪਰ ਸੈਂਟਰ ਇਹ ਇਹਸਾਨ ਕਰਦਾ ਸਟੇਟਾਂ ਤੇ, ਕਿਉਂਕਿ ਜਿਹੜੀ CCL ਲਿਆਂਦੀ ਹੈ ਉਹ ਸਟੇਟ ਦੇ ਥਰੂ ਡਿਸਟ੍ਰੀਬਿਊਟ ਹੋਣਾ ਹੈ, ਫਸਲ ਦਾ ਪੂਰਾ ਮੁੱਲ ਉਹਨਾਂ ਨੂੰ ਬਦਲੇ 'ਚ ਫਸਲ ਤਾਂ ਦੇ ਰਹੇ ਹੋ ਨਾ। ਹਾਂ, ਉਹ ਫਸਲ ਦੇ ਰਿਹਾ ਹੈ ਪਰ ਉਹ ਫਸਲ ਦੇਣ ਤੋਂ ਬਾਅਦ ਸਾਂਭ ਸੰਭਾਲ ਸਟੇਟ ਗਵਰਨਮੈਂਟ ਨੇ ਕਰਨੀ ਹੈ। ਆਪਰੇਸ਼ਨਲ ਲਾਸਿਸ ਹੁੰਦੇ ਆ ਟਰਾਂਸਪੋਰਟੇਸ਼ਨ ਦੇ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਅਸੀਂ ਰਿਫਾਰਮਸ ਲਿਆਂਦੇ ਟਰਾਂਸਪੋਰਟ ਦੇ ਵਿੱਚ 300 SOR ਤੋਂ 300% ਉੱਤੇ ਜਾਂਦਾ ਸੀਗਾ, ਸਟੇਟ ਗਵਰਨਮੈਂਟ ਤੇ ਪੈਂਦੇ ਸੀਗੇ ਉਹ ਖਰਚੇ, ਨਾਲ ਉਹ ਸਟੇਟ ਗਵਰਨਮੈਂਟ ਨੂੰ ਲਾਸਿਸ ਬੀਅਰ ਕਰਨੇ ਪੈਂਦੇ ਸੀ। ਇਹ ਸਟੇਟ ਗਵਰਨਮੈਂਟ ਦੀ ਐਫੀਸ਼ੀਐਂਸੀ ਹੈ ਵੀ ਉਹ ਕਿਸਾਨਾਂ ਤੇ ਬੋਝ ਨਾ ਪਵੇ, ਕਿਉਂਕਿ ਅਲਟੀਮੇਟਲੀ ਜਿਹੜਾ 31,000 ਕਰੋੜ ਦਾ ਬੋਝ ਆ ਕਿਹਦੇ ਤੇ ਹੈ? ਪੰਜਾਬ ਦੀ ਜਨਤਾ ਤੇ ਹੈ, ਵਿੱਚ ਹੀ ਕਿਸਾਨਾਂ ਤੇ ਹੈ। ਅਸੀਂ ਕੋਸ਼ਿਸ਼ ਕੀਤੀ ਵੀ ਇਹ ਸਾਰਾ 31,000 ਕਰੋੜ ਮਗਰੋਂ ਲੋਕਾਂ ਜੀ ਇਹਦੇ ਬਿਆਨ ਕਦੇ ਤੋਂ ਇਧਰੋਂ ਆਉਂਦਾ ਕਦੇ ਉਧਰੋਂ ਆਉਂਦਾ, ਉਹ ਸਫਾਈ ਮਗਰੋਂ ਤਾਂ ਲੈਣਾ ਨਹੀਂ, ਉਹ ਤਾਂ ਪਾ ਕੇ ਚਲੇ ਗਏ, ਮਗਰੋਂ ਤਾਂ ਲੈਣਾ ਨਹੀਂ। ਉਹਦੇ ਵਿੱਚੋਂ ਕਿੰਨੀ ਕੁ ਬੱਚਤ ਹੋ ਸਕਦੀ ਹੈ, ਉਹਦੇ 'ਚ ਸਟੇਟ ਗਵਰਨਮੈਂਟ ਲਗਾਤਾਰ ਉਹਨਾਂ ਨਾਲ ਰਾਬਤੇ 'ਚ ਹੈ, ਚਾਹੇ ਸਟੇਟ ਫਾਈਨੈਂਸ ਕਮਿਸ਼ਨ ਆਵੇ ਤੇ ਚਾਹੇ ਉੱਥੇ ਦੇ ਫਾਈਨੈਂਸ ਮਿਨਿਸਟਰ ਹੋਣ ਔਰ ਪ੍ਰਾਈਮ ਮਿਨਿਸਟਰ ਹੋਣ, ਲਗਾਤਾਰ ਉਹਨਾਂ ਨਾਲ ਰਾਬਤੇ ਜਾਰੀ ਨੇ। ਕੀ ਫਾਇਦਾ ਉਹਦੇ 'ਚ ਲਿਆ ਜਾ ਸਕਦਾ ਉਹ ਫਿਰ ਫਿਊਚਰ ਦੀ ਗੱਲ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਅਹਿਸਾਨ ਦੀ ਗੱਲ ਕੀਤੀ, ਅਹਿਸਾਨ ਕਿਸੇ ਤੇ ਨਹੀਂ ਹੈ। ਅੱਜ ਉਲਟਾ ਹੋ ਰਿਹਾ ਵੀ ਇਸ ਫਾਰਮ ਲਾਜ਼ ਨੂੰ ਤੁਸੀਂ ਅਪੋਜ਼ ਕੀਤਾ ਆ, ਤੁਸੀਂ ਕਿਸਾਨੀ ਅੰਦੋਲਨ ਨੂੰ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਪੋਰਟ ਕੀਤਾ ਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਉਹਦੀ ਸਰਕਾਰ ਨੂੰ ਔਰ ਖਾਸ ਤੌਰ ਤੇ ਪੰਜਾਬੀ ਸੂਬੇ ਨੂੰ ਕਿਸੇ ਨਾ ਕਿਸੇ ਤਰੀਕੇ ਵਿਕਟਿਮਾਈਜ਼ ਟਾਰਗੇਟ ਕੀਤਾ ਜਾ ਰਿਹਾ ਵੀ ਨਵੀਆਂ ਸ਼ਰਤਾਂ ਲਾ ਦਿਓ, ਪ੍ਰੋਕਿਉਰਮੈਂਟ ਨੂੰ ਕਿਸ ਤਰੀਕੇ ਡਿਸਟਰਬ ਕਰਨਾ। ਇੰਨੀ ਦੇਰ ਦੀ 60 ਸਾਲਾਂ ਦੀ ਪ੍ਰੋਕਿਉਰਮੈਂਟ ਇੱਕ ਐਸਟੈਬਲਿਸ਼ਡ ਸਾਰੇ ਮੈਕੈਨਿਜ਼ਮ ਹੈ, ਉਹਨੂੰ ਕਿਸ ਤਰੀਕੇ ਤੁਸੀਂ ਅਗਰ ਰਿਫਾਰਮਸ ਲਿਆਉਣਾ ਵੀ ਚਾਹੁੰਦੇ ਹੋ ਤਾਂ ਸਟੇਟ ਗਵਰਨਮੈਂਟ ਨੂੰ, ਜਿਹੜੇ ਸਟੇਕ ਹੋਲਡਰ ਨੇ, ਕਿਸਾਨਾਂ ਨੂੰ, ਆੜਤੀਆਂ ਨੂੰ, ਸਾਰਿਆਂ ਨੂੰ ਲੂਪ ਵਿੱਚ ਲਓ, ਉਹਨਾਂ ਨਾਲ ਡਿਸਕਸ਼ਨ ਕਰੋ, ਕਿੱਥੇ ਲੈਂਡ ਰਿਕਾਰਡ ਦਿਓ। 15 ਦਿਨ ਪਹਿਲਾਂ ਇੱਕ ਚਿੱਠੀ ਆ ਜਾਂਦੀ ਹੈ, 15 ਦਿਨਾਂ 'ਚ ਕਿਸਾਨਾਂ ਤੋਂ ਲੈਂਡ ਰਿਕਾਰਡ ਲਿੱਤਾ ਜਾ ਸਕਦਾ ਜਿਹੜੇ ਉੱਥੇ ਬੈਠੇ ਆ। ਫਿਰ ਉਹਦੇ ਆਪਰੇਸ਼ਨਲਸ ਆਪ ਦੇ ਕੁਝ ਨੁਕਸ ਨੇ, ਪਟੇ ਤੇ ਲੋਕਾਂ ਨੇ ਠੇਕੇ ਤੇ ਜ਼ਮੀਨਾਂ ਦਿੱਤੀਆਂ, ਬੜੇ NRI ਨੇ, ਉਹਨਾਂ ਦੀ ਪੇਮੈਂਟ ਤੁਸੀਂ ਜੇ ਮਾਲਕਾਂ ਨੂੰ ਦਿਓਗੇ ਤਾਂ ਜਿਹੜਾ ਵਾਹੀ ਕਰਦਾ ਉਹ ਵਿਚਾਰਾ ਕਿੱਥੇ ਜਾਊ? ਆਪਾਂ ਇਸ ਮਸਲੇ ਤੇ ਵੀ ਆਵਾਂਗੇ, ਆਪਾਂ ਇਸ ਮਸਲੇ ਤੇ ਅੱਗੇ ਚੱਲ ਕੇ ਆਉਣੇ ਆ। ਆਸ਼ੂ ਜੀ ਪਹਿਲਾਂ ਮੈਂ ਜਵਾਬ ਦੇਣਾ ਕਿ ਵੇਖੋ, ਜਿਹੜੇ ਜਿਵੇਂ ਆਸ਼ੂ ਜੀ ਨੇ ਕਿਹਾ ਕਿ ਉਹਨਾਂ ਦੇ ਜੋ ਕਰਦੇ ਨੇ,
ਦੇਖੋ ਸਾਡੀ ਬਦਕਿਸਮਤੀ ਇਹ ਆ ਕਿ ਪੰਜਾਬ ਦਾ ਕਿਸਾਨ ਜਿਹੜਾ ਹਮੇਸ਼ਾ ਦਰਿਆ ਦਿਲ ਰਿਹਾ ਕਿ ਜੇ ਕੋਈ ਹੜ੍ਹ ਆ ਜੇ, ਕੋਈ ਤੂਫਾਨ ਆ ਜੇ, ਕਿਤੇ ਕੰਟਰੀ 'ਚ ਆ ਜੇ ਤੇ ਸਾਰਾ ਕੁਝ ਛੱਡ ਕੇ ਚੁੱਕ ਕੇ ਟਰਾਲੀਆਂ ਭਰ ਕੇ ਉਦੋਂ ਨੂੰ ਚੱਲ ਪੈਂਦੇ। ਇਹ ਹਮੇਸ਼ਾ ਹੀ ਇਸ ਕੰਮ 'ਚ ਕਿ ਦਾਉਣ ਵਾਲੇ ਪਾਸੇ ਪਏ ਨੇ। ਤੇ ਮੈਨੂੰ ਅੱਜ ਕਹਿੰਦਾ ਵਾਕਿਆ ਦੁੱਖ ਵੀ ਹੁੰਦਾ ਕਿ ਜੇ ਅੱਜ ਤੱਕ ਇਹ ਗੱਲ ਨਹੀਂ ਪਈ, ਜਿਸ ਦੇਸ਼ ਦਾ ਰਾਜਾ ਜਦੋਂ ਵਪਾਰੀ ਬਣ ਕੇ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਵਪਾਰੀਆਂ ਦੇ ਪਿੱਛੇ ਪੈ ਗਏ ਨੇ। ਈਸਟ ਇੰਡੀਆ ਕੰਪਨੀ ਆਈ ਐਂਟਰ ਕੀਤੀ ਹਿੰਦੁਸਤਾਨ 'ਚ, ਉਹਨੇ ਹਿੰਦੁਸਤਾਨ ਤਹਿਸ ਨਹਿਸ ਕਰਕੇ ਰੱਖ ਦਿੱਤਾ। ਹੁਣ ਵੀ ਉਸੇ ਤਰਜ਼ ਦੇ ਉੱਤੇ ਕੰਪਨੀਜ਼ ਨੂੰ ਲਿਆ ਕੇ ਪ੍ਰਾਈਵੇਟਾਈਜ਼ ਕਰਕੇ ਤੇ ਉਹਨਾਂ ਦਾ ਕਿਸਾਨਾਂ ਦੀ ਫਸਲ ਲੈ ਕੇ ਉਹਨਾਂ ਨੂੰ ਕਰਨਾ ਚਾਹੁੰਦੇ ਆ। ਤਾਂ ਹੀ ਤੇ ਕਿਹਾ ਸੀ ਕਿਸੇ ਨੇ ਕਿ ਜਿਸ ਦੇਸ਼ ਦਾ ਜਿਹੜਾ ਰਾਜਾ ਵਪਾਰੀ ਬਣ ਜਾਏਗਾ ਉਹ ਦੇਸ਼ ਦੀ ਦੁਨੀਆ ਭਿਖਾਰੀ ਬਣ ਜਾਏਗੀ। ਇਹ ਪੰਜਾਬ 'ਚ ਜਿਹੜਾ ਠੂਠਾ ਮੰਗ ਕੇ ਜਦੋਂ ਲੈ ਕੇ ਬਾਹਰੋਂ ਕਣਕ ਤੇ ਅਸੀਂ ਅਨਾਜ ਮੰਗਣ ਲਈ ਜਾਂਦੇ ਸੀ, ਤੇ ਇਹ ਮੋਦੀ ਸਾਹਿਬ ਤੇ ਬੀਜੇਪੀ ਗਵਰਨਮੈਂਟ ਕਿਤੇ ਇਹ ਨਾ ਕਹਿੰਦੀ ਹੋਏ ਕਿ ਜਿਹੜੇ ਉਦੋਂ ਜਿਨ੍ਹਾਂ ਨੇ ਸਾਨੂੰ ਅੰਨਦਾਤਾ ਜਿਹਨੂੰ ਕਿਹਾ ਗਿਆ, ਅੱਜ ਅੰਨਦਾਤਾ ਕਿਤੇ ਭਿਖਾਰੀ ਨਾ ਬਣਾ ਦੇ। ਇਹਦਾ ਸਭ ਤੋਂ ਵੱਡਾ ਖਰਚਾ ਤੁਸੀਂ ਅੰਨਦਾਤਾ ਦੀ ਗੱਲ ਕਰਦੇ ਹੋ ਨੇ ਕਹੀ ਆ। ਵਾਕਈ ਗਵਰਨਮੈਂਟ ਆਫ ਇੰਡੀਆ ਨੇ GST ਸਾਡੀ ਬੰਦ ਕਰ ਦਿੱਤੀ, RDF ਸਾਡਾ ਬੰਦ ਕਰ ਦਿੱਤਾ ਕਿ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ। ਪੰਜਾਬ ਗਵਰਨਮੈਂਟ ਨਾਲ ਖੜੀ ਆ। ਇਸੇ ਕਰਕੇ ਸਾਨੂੰ ਅੱਜ ਜਿਹੜੀਆਂ ਆ ਰਹੀਆਂ ਨੇ ਪ੍ਰੋਬਲਮਸ ਆ ਰਹੀਆਂ ਨੇ, ਤੇ ਇਸੇ ਕਰਕੇ ਆ ਰਹੀਆਂ। ਪਰ ਮੈਂ ਥੋੜਾ ਜਿਹਾ ਐਡ ਕਰਦਾ, ਮਤਲਬ ਇਹ ਸਵਾਲ ਆਸ਼ੂ ਜੀ ਔਰ ਤੁਹਾਡੇ ਤੋਂ ਜ਼ਰੂਰ ਹੈਗਾ। ਸੈਂਟਰ ਦੀ ਗਵਰਨਮੈਂਟ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੰਤਰੀ ਬਿਆਨ ਦਿੰਦੇ ਨੇ, ਕਹਿੰਦੇ ਬਾਕੀ ਪੂਰੇ ਦੇਸ਼ ਨੂੰ ਕੋਈ ਦਿੱਕਤ ਨਹੀਂ ਹੁੰਦੀ, ਇੱਕੋ ਸੂਬਾ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ। ਕੋਈ ਵੀ ਕਾਨੂੰਨ ਲੈ ਕੇ ਆ ਜਾਓ, FCI ਵਾਲਾ ਲੈ ਕੇ ਆ ਗਏ ਤਾਂ ਵੀ ਪ੍ਰੋਬਲਮ। ਮਤਲਬ ਸੈਂਟਰ ਦੀ ਸਰਕਾਰ ਨੂੰ ਕਿਉਂ ਪ੍ਰੋਬਲਮ ਤੇ ਸਾਨੂੰ ਆਏਗੀ ਨਾ, ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ। ਅੱਜ ਅਸੀਂ ਜ਼ਮੀਨਾਂ 'ਚ ਖਾਦਾਂ ਪਾ ਕੇ, ਦਵਾਈਆਂ ਪਾ ਕੇ ਆਪਣਾ ਪਾਣੀ ਵੀ ਜ਼ਹਿਰ ਬਣਾ ਲਿਆ, ਤੇ ਅੱਜ ਟ੍ਰੇਨ ਚੱਲਦੀ ਹੈ ਬਠਿੰਡੇ ਤੋਂ, ਕੈਂਸਰ ਟ੍ਰੇਨ ਚੱਲਦੀ ਹੈ। ਅਸੀਂ ਆਪਣਾ ਖਤਮ ਕਰਕੇ ਤੇ ਬੈਠੇ ਤੇ ਬਾਕੀ ਸਟੇਟਾਂ ਨੂੰ ਕੀ ਹੈ ਜੀ? ਗੌਰਵ ਜੀ ਮੈਂ ਦੱਸਦਾ, ਮੰਡੀਕਰਨ ਸਿਸਟਮ ਜਿਹੜਾ ਹੈ ਨਾ ਉਹ ਹਰਿਆਣਾ ਤੇ ਪੰਜਾਬ ਵਿੱਚ ਹੀ ਹੈ। ਬਿਲਕੁਲ ਤੁਸੀਂ ਦੇਖੋਗੇ, ਇਸ ਕਰਕੇ ਬਾਕੀਆਂ ਨੂੰ ਹੁਣ ਸਮਝ ਆ ਰਹੀ ਹੈ। ਨਹੀਂ ਤਾਂ ਇਨੀਸ਼ੀਅਲੀ ਤਾਂ ਕਿਹਾ ਸੀਗਾ ਇਹ ਇਕੱਲੇ ਪੰਜਾਬ ਦਾ ਹੀ ਐਜੀਟੇਸ਼ਨ ਹੈ। ਅੱਜ ਐਜੀਟੇਸ਼ਨ ਕਿੱਥੇ ਤਾਈਂ ਪਹੁੰਚ ਗਿਆ? ਅੱਜ ਐਜੀਟੇਸ਼ਨ ਬੰਗਾਲ 'ਚ ਵੀ ਮਾਰ ਕਰਦਾ ਪਿਆ ਜਾ ਕੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਵੀ ਪੰਜਾਬ ਦੇ ਕਿਸਾਨ ਨੂੰ ਕਿਸ ਤਰੀਕੇ ਇੱਥੇ ਦੀਆਂ ਸਰਕਾਰਾਂ ਨੇ ਸਾਰਾ ਮੰਡੀਕਰਨ ਢਾਂਚਾ ਜਿਹੜਾ RDF ਜਾਂ ਮੰਡੀਕਰਨ ਫੀਸ ਆਉਂਦੀ ਸੀਗੀ ਉਹਦੇ ਉਸ ਪੈਸਿਆਂ ਨਾਲ ਇਸਟੈਬਲਿਸ਼ ਕਰਕੇ ਉਹਨਾਂ ਨੂੰ ਦਿੱਤਾ ਆ, ਤੇ ਉਹ ਹੁਣ ਇਹਨੂੰ ਡਿਸਟਰਬ ਕਰਨ ਲੱਗੇ, ਨਾ ਕਿ ਇਹਨੂੰ ਦੂਸਰੀਆਂ ਸੂਬਿਆਂ ਦੇ ਵਿੱਚ ਉੱਥੇ ਦੇ ਕਿਸਾਨਾਂ ਨੂੰ ਫਾਇਦਾ ਦੇ। ਇਹ ਸਮਝਣ ਦੀ ਲੋੜ ਹੈ, ਹੁਣ ਉਹਨਾਂ ਨੂੰ ਸਮਝ ਆਉਂਦੀ ਜਾ ਰਹੀ ਹੈ। RDF ਨੂੰ ਲੈ ਕੇ ਵੀ ਸਵਾਲ ਚੁੱਕਦੇ ਨੇ, ਕਹਿੰਦੇ ਦੇਖੋ ਜੀ ਇਹਨਾਂ ਨੇ 3-4 ਸਾਲ ਤੋਂ ਹਿਸਾਬ ਹੀ ਨਹੀਂ ਦਿੱਤਾ ਕਿ RDF ਦਾ ਕਿੱਤਾ ਕੀ ਹੈ, ਤਾਂ ਅਸੀਂ ਰੋਕ ਲਿਆ ਪੈਸਾ, ਇਹਦੇ ਨਾਲ ਨੁਕਸਾਨ ਹੋਏਗਾ। ਕਹਿੰਦੇ ਸਾਨੂੰ ਵਿਆਜ ਵੀ ਦੇਣਾ ਪੈਣਾ ਹੈ ਪੰਜਾਬ ਦੀ ਸਰਕਾਰ ਨੂੰ। ਉਹ ਕਹਿੰਦੇ ਸੈਂਟਰ ਨੂੰ ਦਿੱਤਾ ਨਹੀਂ ਹੈ ਹਿਸਾਬ, ਰੌਲਾ ਪਾਉਂਦੇ ਨੇ, ਕਹਿੰਦੇ ਸੈਂਟਰ ਨੂੰ ਹਿਸਾਬ ਬਕਾਇਦਾ ਆਡਿਟ ਹੁੰਦਾ, ਹਰ ਡਿਪਾਰਟਮੈਂਟ ਦਾ ਹੁੰਦਾ, ਉਹਦੇ ਤੋਂ ਬਾਅਦ ਅਸੀਂ ਕੋਈ ਐਲੋਕੇਸ਼ਨ ਹੁੰਦੀ ਹੈ। ਇਹਦਾ ਮਤਲਬ ਬਿਨਾਂ ਆਡਿਟ ਤੋਂ ਚੱਲਦੇ ਰਹੇ ਅੱਜ ਤੱਕ ਉਹਨਾਂ ਸਮਝੇ ਕੁਝ। ਦੇਖੋ ਉਹਨਾਂ ਕੋਲ CAG ਹੈ ਜਿਹੜਾ ਆਡਿਟ ਕਰਦਾ ਰਹਿੰਦਾ ਖਾਤੇ 'ਚ, ਉਹਦੇ 'ਚ ਕੱਢਣ। ਜਿਹੜੇ CAG ਨੇ ਕੱਢ ਕੇ ਆਬਜੈਕਸ਼ਨ ਲਾ ਕੇ ਭੇਜਿਆ, ਇਹ ਆਡਿਟ ਹੁਣੇ ਹੀ ਕਿਉਂ ਆਇਆ? ਇਹ ਸਾਰਾ ਕੁਝ ਉਹਨਾਂ ਨੂੰ ਆ ਗਈ 3 ਮਹੀਨਿਆਂ 'ਚ ਕਿਉਂ ਨਜ਼ਰ ਆਇਆ? ਸਾਰਿਆਂ ਨੂੰ ਸਮਝ ਆਉਂਦਾ ਜੀ, ਸਾਰੇ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੀ ਆਮ ਜਨਤਾ ਨੂੰ ਵੀ ਸਮਝ ਆਉਂਦਾ ਵੀ ਇਹ ਸਾਰਾ ਕੁਝ ਹੁਣੇ ਹੀ ਕਿਉਂ ਹੋਇਆ। ਤੁਹਾਡੇ ਕੋਲ ਅਦਾਰੇ ਬਣੇ ਆ, ਕਨਸਟੀਟਿਊਸ਼ਨਲ ਅਦਾਰੇ ਹੈ, ਉਹਨਾਂ ਨੂੰ ਕਹੋ ਚੈੱਕ ਕਰਨ ਹਿਸਾਬ। ਅਸੀਂ ਅੱਜ ਕਹਿੰਦੇ ਡਾਇਰੈਕਟ ਪੇਮੈਂਟ ਟੂ ਫਾਰਮਰਸ ਜਿੰਨੀ ਟ੍ਰਾਂਸਪੇਰੈਂਟ ਤਰੀਕੇ ਨਾਲ ਅਸੀਂ ਲਾਗੂ ਕਰੀ ਹੈ, ਕਿਸੇ ਨੇ ਕੀਤੀ ਨਹੀਂ। ਪਰ ਅਸੀਂ ਆਪਣੇ APMC ਐਕਟ ਜਿਹੜਾ ਸੂਬੇ ਦਾ ਕਾਨੂੰਨ ਹੈ ਉਹਦੇ ਮੁਤਾਬਕ ਲਾਗੂ ਕਰੀਏ। ਅਸੀਂ ਥਰੂ ਆੜਤੀਆਂ ਸਾਡਾ ਅਨਾਜ ਖਰੀਦ ਪੋਰਟਲ ਬਣਦਾ, ਚੈੱਕ ਕਰਕੇ ਦੇਖ ਲਓ, ਕੋਈ ਓਪਨ ਖੜਾ ਸਾਰਿਆਂ ਤੇ, ਟ੍ਰਾਂਸਪੇਰੈਂਟ ਆ ਪੂਰਾ। ਹਰਿਆਣਾ ਦੇ CM ਨੇ ਕੱਲ ਹੀ ਸਟੇਟਮੈਂਟ ਦਿੱਤੀ, ਕਹਿੰਦੇ ਅਸੀਂ ਸਿੱਧੀ FCI ਤੋਂ ਸਿੱਧੀ ਪੈਸੇ ਜਿਹੜੀ ਕਿਸਾਨਾਂ ਦੇ ਖਾਤੇ 'ਚ ਪਾਵਾਂਗੇ। ਅਸੀਂ ਜੋ ਉਹਨਾਂ ਕਰਨਾ ਆਪਣੀ ਗੱਲ ਸਾਹਿਬ ਉੱਥੇ ਹਰਿਆਣੇ ਅੱਜ ਇਹ ਹਾਲਾਤ ਨੇ ਵੀ ਉਹਨਾਂ ਦਾ ਕੋਈ ਮੰਤਰੀ ਨਿਕਲ ਸਕਦਾ ਬਾਹਰ? MLA ਨਹੀਂ ਜਾ ਸਕਦਾ, ਉਹਨਾਂ ਦਾ ਕੋਈ MLA ਬਾਹਰ ਨਿਕਲ ਸਕਦਾ? ਅੱਜ ਹਾਲਾਤ ਕੀ ਬਣੇ ਪਏ ਆ? ਜਿਵੇਂ ਇੱਥੇ ਬਹਿਬਲ ਕਾਂਡ ਤੋਂ ਬਾਅਦ ਅਕਾਲੀ ਦਲ ਦੇ ਮੰਤਰੀਆਂ ਦਾ MLA ਦਾ ਹਾਲ ਹੋ ਗਿਆ ਸੀ, ਉੱਥੇ ਉਹ ਹਾਲ ਹੋਇਆ ਪਿਆ। ਨਹੀਂ, ਉੱਥੇ ਸਾਡੇ ਹਵਾ 'ਚ ਉਹਦਾ ਚੌਪਰ ਘੁੰਮ ਰਿਹਾ ਤੇ ਥੱਲੇ ਉੱਤਰ ਨਹੀਂ ਦਿੰਦੇ। ਉਹ ਫਿਰ ਵੀ ਆਪਣੇ ਜਿਹੜੇ ਪੋਲੀਟੀਕਲ ਬੌਸਸ ਨੂੰ ਖੁਸ਼ ਕਰਨ ਵਾਸਤੇ ਉੱਥੇ ਦੀ ਜਨਤਾ ਨਾਲ ਧੋਖਾ ਕਰ ਰਹੇ ਨੇ। ਅਸਲੀ ਕਿਸਾਨ ਦੀ ਹਾਲਤ ਇਹ ਹੈ ਕਿ ਕਿਸਾਨ ਆਪਦਾ ਗੁਜ਼ਾਰਾ ਹੀ ਕਰਦਾ ਹੈ। ਕਿਸਾਨੀ ਦੇ ਵਿੱਚੋਂ ਤੁਸੀਂ ਵੀ ਪੰਜਾਬ ਦੇ ਉਹਨਾਂ ਹਿੱਸਿਆਂ ਨੂੰ ਭਲੀ ਭਾਂਤ ਤੁਸੀਂ ਵਿਚਰਦੇ ਹੋ, ਦਾਸਾ ਵਿਚਰਦੇ ਆ, ਕੋਈ ਮਿਹਰ ਨਹੀਂ ਪਾਲੇ ਕਿਸੇ ਕਿਸਾਨ ਨੇ, ਗੁਜ਼ਾਰਾ ਹੀ ਹੁੰਦਾ। 87 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਪੰਜਾਬ 'ਚ ਅਕਾਲੀ ਗਵਰਨਮੈਂਟ ਵੇਲੇ ਐਗਰੀਕਲਚਰ ਮਿਨਿਸਟਰ ਬਣੇ ਸੀ। ਉਸ ਵੇਲੇ ਇਹਨਾਂ ਨੇ ਕਿਹਾ ਸੀ ਕਿ ਡਾਈਵਰਸੀਫਿਕੇਸ਼ਨ ਜਿਹੜੀ ਆ ਉਹ ਗਵਰਨਮੈਂਟ ਜਿਹੜੀ ਆ ਉਹ ਕਿਸਾਨ ਨੂੰ ਡਾਈਵਰਸੀਫਿਕੇਸ਼ਨ 'ਚ ਜਿੰਨੀ ਦੇਰ ਸਪੋਰਟ ਨਹੀਂ ਕਰਦੀ
ਉਨੀ ਦੇਰ ਕਿਸਾਨ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਨਹੀਂ ਜਾ ਸਕਦਾ। ਤੁਸੀਂ ਅੱਜ ਜਿਹੜੇ ਇੰਡੀਆ ਅਮੀਰ ਕੰਟਰੀਜ਼ ਨੇ ਉਹ ਕਿਸਾਨ ਦੀ 100% ਕਈ ਵਾਰ ਸਬਸਿਡਾਈਜ਼ ਕਰ ਦਿੰਦੇ ਕਿ ਤੁਹਾਡੀ ਸਾਰੀ ਫਸਲ ਚੱਕੀ ਜਾਓ, ਤੁਸੀਂ ਆਪਣੇ ਘਰਾਂ 'ਚ ਆਰਾਮ। ਤੁਸੀਂ ਕਿਸਾਨ ਦੀ ਗੱਲ ਕਰ, ਤੁਹਾਡੇ ਤੇ ਵੀ ਗਿਲਾ ਕਿਸਾਨਾਂ ਨੂੰ। ਇੱਕ ਮਿੰਟ ਮੇਰੀ ਸੁਣ ਲਓ। ਉਹਦੇ 'ਚ ਕੈਪਟਨ ਸਾਹਿਬ ਨੇ ਜਦੋਂ ਬਣੇ, ਇਹਨਾਂ ਨੇ ਆਖਿਆ ਕਿ ਅਸੀਂ ਸ਼ੂਗਰ ਮਿਲਾਂ ਜਿਹੜੀਆਂ ਨੇ, ਜਿੱਦਾਂ ਭੋਗਪੁਰ ਦੀ ਸ਼ੂਗਰ ਮਿਲ ਜਿਹੜੀ, ਉਹਨੂੰ ਅਸੀਂ 1100 ਤੋਂ ਉਹਨੂੰ 3000 ਮੈਟ੍ਰਿਕ ਟਨ ਤੇ ਅਸੀਂ ਲੈ ਗਏ ਕਿ ਕੋਈ ਦਾ ਗੰਨਾ ਪੀੜਾਂਗੇ, ਨਾਲ ਕੋਜਨ ਕੀਤੀ। ਤੇ ਅੱਜ ਉਸੇ ਹੀ ਸ਼ੂਗਰ ਮਿਲ ਨੂੰ ਅਸੀਂ ਕੈਸ਼ ਪੇਮੈਂਟ ਸਟਾਰਟ ਕਰ ਦਿੱਤੀ ਸੀ। ਉਹਦੇ ਵਿੱਚ ਜਿਹੜੀ ਡਾਈਵਰਸੀਫਿਕੇਸ਼ਨ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਜੇ ਕਣਕ ਝੋਨੇ ਤੋਂ ਬਾਅਦ ਜੇ ਸਰਕਾਰ ਕੁਝ ਕਰਦੀ ਆ, ਉਹਦੇ 'ਚ ਤੁਹਾਡੇ ਕੋਲ ਆ ਜਾਂਦਾ ਡੇਅਰੀ ਡਿਵੈਲਪਮੈਂਟ ਆ ਜਾਂਦੀ ਹੈ, ਕਿ ਡੇਅਰੀ ਫਾਰਮਿੰਗ ਆ ਜਾਂਦੀ ਹੈ, ਤੁਹਾਡੇ ਕੋਲ ਦੂਸਰੀ ਡਾਈਵਰਸੀਫਿਕੇਸ਼ਨ ਮਾਰਕੀਟ ਜਾਂ ਦੂਸਰੀਆਂ ਚੀਜ਼ਾਂ ਆ ਜਾਂਦੀਆਂ ਨੇ। ਇਹ ਸਾਨੂੰ ਪੈਰਲਲ ਖੜਾ ਕਰਨ ਲਈ ਸਰਕਾਰ ਦੇ ਨਾਲ ਮੁਕਾਬਲਾ ਕਰਨ ਲਈ ਇਹ ਚੀਜ਼ਾਂ ਸਾਨੂੰ ਚੱਕਣੀਆਂ ਪੈਣੀਆਂ। ਤੇ ਉਹਦੇ ਵਿੱਚ ਹੀ ਹੁਣ ਅਸੀਂ ਜਿਹੜਾ ਉੱਥੇ ਕੀਤਾ ਕਲਾਨੌਰ ਦੇ ਵਿੱਚ ਰਿਸਰਚ ਸੈਂਟਰ ਬਣਾਇਆ, ਕੇਂਦਰ ਰਿਸਰਚ ਸੈਂਟਰ, ਕਿ ਕਿਉਂ ਕਿਸਾਨ ਜਿਹੜਾ ਉਹ 2-250 ਕੁਇੰਟਲ ਤੱਕ ਪੰਜਾਬ ਦਾ ਬੈਠਾ, ਇਹਦੀ 500 ਤੋਂ ਲੈ ਕੇ 700 ਕੁਇੰਟਲ ਉਹਦੀ ਸਮਰੱਥਾ ਕਿਉਂ ਨਹੀਂ ਕੀਤੀ ਜਾਏ। ਮੈਂ ਇਹ ਤੁਹਾਨੂੰ ਤਾਂ ਦੱਸ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ 97 'ਚ ਬਣੇ ਚੀਫ ਮਿਨਿਸਟਰ, ਇਹਨਾਂ ਚੋਂ ਕੇ ਪਿੰਮਸ ਬਣਾ ਦਿੱਤਾ ਤੇ ਜਿਹੜਾ ਰਿਸਰਚ ਸੈਂਟਰ ਸੀ ਕੇਂਦਰ ਰਿਸਰਚ ਸੈਂਟਰ ਜਿਹੜਾ ਜਲੰਧਰ ਵਾਲਾ, ਉਹਨੂੰ ਬੰਦ ਕਰਤਾ। ਉਹਦੇ ਬਾਅਦ ਅੱਜ ਤੱਕ ਇੱਕ ਵੀ ਵੈਰਾਈਟੀ ਗੰਨੇ ਦੀ ਪੰਜਾਬ 'ਚ ਨਹੀਂ ਆਈ। ਕਦੀ ਐਗਰੀਕਲਚਰ ਯੂਨੀਵਰਸਿਟੀ ਨੇ ਅੱਜ ਤੱਕ ਕੋਈ ਸਾਨੂੰ ਵੈਰਾਈਟੀ ਨਹੀਂ ਦਿੱਤੀ ਕਿ ਜਿਹੜੀ ਅਸੀਂ ਲੈ ਕੇ ਜਾਈਏ। ਉਹ ਤਾਂ ਗੱਲ ਆ ਗਈ ਦੁਬਾਰੇ ਸਾਨੂੰ ਨਹੀਂ ਕਿਸਾਨ ਨੂੰ ਹੌਸਲਾ ਜ਼ਰੂਰੀ ਹੈ। ਇਹਨਾਂ ਨੂੰ ਇੱਕ ਸਵਾਲ ਹੈ, ਬਿਲਕੁਲ ਇਹ ਜਿਹੜੀ ਚੀਜ਼ ਰੰਧਾਵਾ ਸਾਹਿਬ ਕਹਿ ਰਹੇ ਆਣੀ ਚਾਹੀਦੀ ਹੈ ਔਰ ਪਹੁੰਚਣੀ ਚਾਹੀਦੀ ਹੈ ਵੀ ਪਿਛਲੇ 10 ਸਾਲ ਤੁਸੀਂ ਪੰਜਾਬ ਨੂੰ ਲੈ ਕਿੱਥੇ ਗਏ ਤੇ ਹੁਣ ਸੀਐਮ ਸਾਹਿਬ ਉਹਨੂੰ ਵਾਪਸ ਦੁਬਾਰਾ ਲੀ ਤੇ ਕਿਵੇਂ ਚਾੜਦੇ ਆ, ਕਿਸ ਤਰੀਕੇ, ਜਿਵੇਂ ਕੋਆਪਰੇਟਿਵ ਡਿਪਾਰਟਮੈਂਟ ਦਾ ਜਿੱਡਾ ਵੱਡਾ ਦਾਇਰਾ ਹੈ ਔਰ ਇਹਨਾਂ ਨੇ ਮਿਹਨਤ ਕਰਕੇ ਜਿਹੜੇ ਕਿਸਾਨੀ ਦੇ ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ, ਜਿਹੜੇ ਨਾਲ ਦੇ ਸਪੋਰਟਿੰਗ ਕਿੱਤੇ ਨੇ, ਚਾਹੇ ਉਹ ਡੈਰੀ ਡਿਵੈਲਪਮੈਂਟ ਹੈ, ਚਾਹੇ ਉੱਥੇ ਸ਼ਹਿਦ ਵਾਲਾ ਕੰਮ ਹੈ, ਇਹਨਾਂ ਨੇ ਮਿਹਨਤ ਕਰਕੇ ਉਹਨੂੰ ਬਕਾਇਦਾ ਚਲਾਇਆ। ਆਪਣੀ ਕੋਆਪਰੇਟਿਵ ਬੈਂਕ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਸਪੋਰਟਿੰਗ ਸਿਸਟਮ ਹੈ ਉਹਨੂੰ ਖੜਾ ਕੀਤਾ ਹੈ ਤੇ ਅੱਜ ਵੀ ਉਹਦੇ ਤੇ ਕੰਮ ਕਰ ਰਿਹਾ ਤੇ ਉਹਨਾਂ ਦੇ ਪ੍ਰੋਡਕਟ ਨੂੰ ਕਿਸ ਤਰੀਕੇ ਸਾਰੀ ਦੁਨੀਆ 'ਚ ਮਾਰਕੀਟ ਕਰਨਾ ਹੈ, ਉਹ ਮਾਰਕਫੈਡ ਨੇ ਕਿੱਦਾਂ ਅਚੀਵਮੈਂਟ ਕਰੀ ਹੈ, ਜਿਹਦੇ 'ਚ 350 ਕਰੋੜ ਦਾ ਉਹਨਾਂ ਦਾ ਆਟੇ ਦਾਲ ਦਾ ਲੋਨ ਲਾ ਚੁੱਕੇ ਨੇ। ਤੁਸੀਂ ਇਹ ਦੇਖੋ ਨਾ ਵੀ ਇਸ ਸਰਕਾਰ ਦੇ ਹੁੰਦੇ, ਸਰਕਾਰ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਦੇ ਮੰਤਰੀਆਂ ਦੇ ਅਦਾਰਿਆਂ ਨੇ ਕਿੰਨਾ ਕੁ ਪਰਫਾਰਮ ਕੀਤਾ ਹੈ। ਪਰ ਜਿਹੜੇ ਕਿਸਾਨ ਦੀ ਫਸਲ ਲੈ ਕੇ ਤੁਸੀਂ ਮਿੱਲਾਂ ਚਲਾ ਰਹੇ ਹੋ, ਗੰਨਾ ਲੈ ਕੇ ਮਿੱਲਾਂ ਚਲਾ ਰਹੇ ਹੋ, ਉਹ ਤੁਹਾਡੇ ਤੇ ਗਿਲਾ ਕਰਦੇ ਹੋ ਵੀ ਸਾਡਾ ਬਕਾਇਆ ਫਸਿਆ ਰਹਿੰਦਾ। ਬਿਲਕੁਲ ਬਕਾਇਆ ਪਿਛਲੇ ਸਾਲ ਦਾ ਮੈਂ ਲਾ ਦਿੱਤਾ, ਉਹਦੇ 'ਚ ਵੀ ਅੱਜ ਇਹ ਕਰ ਲਈਏ। ਦੇਖੋ ਕਿਵੇਂ ਕਿਸਾਨ ਫਸਲ ਪੈਦਾ ਕਰਦੇ। ਮੈਂ ਗੱਲ ਕੀਤੀ ਮੇਰੀ ਜਮਾ ਕਲੀਅਰ ਕਦੋਂ ਕਰ ਕੱਲ ਮੈਂ ਚੀਫ ਮਿਨਿਸਟਰ ਸਾਹਿਬ ਨਾਲ ਕੱਲ ਮੀਟਿੰਗ ਕਰਕੇ ਆਇਆ, ਉਹਦੇ 'ਚ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਕਿ ਬਹੁਤ ਛੋਟਾ ਅਮਾਊਂਟ ਪਿਛਲੇ ਸਾਲ 2020 ਦਾ ਅਸੀਂ ਇਹਨਾਂ ਨੇ ਐਕਸਪੋਰਟ ਕੀਤੀ, ਸ਼ੂਗਰ ਚੀਨੀ ਐਕਸਪੋਰਟ ਕੀਤੀ, ਉਹਦਾ 60 ਕਰੋੜ ਰੁਪਈਆ ਸਬਸਿਡੀ ਗਵਰਨਮੈਂਟ ਆਫ ਇੰਡੀਆ ਨੇ ਦੇਣਾ ਸੀ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹੱਥ ਜੋੜਦੇ ਨੇ, ਉਹ ਸਾਡਾ 60 ਕਰੋੜ ਹੀ ਵਾਪਸ ਭੇਜ ਦਿਓ ਸਾਨੂੰ। ਅੱਜ ਤੱਕ ਉਹ 60 ਕਰੋੜ ਗਵਰਨਮੈਂਟ ਆਫ ਇੰਡੀਆ ਨੇ ਕਿ ਤੁਹਾਨੂੰ ਬੰਦੇ ਦੇ ਪੁੱਤ ਬਣਾਉਣਾ, ਕਿ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋ। ਉਹਦੇ 'ਚੋਂ ਸਿਰਫ ਮੈਨੂੰ ਅਜੇ 3 ਮਿਲਾਂ ਦੇ ਪੈਸੇ ਭੇਜੇ। ਕਈ ਵਾਰ ਮੈਂ ਜਾਇਆ, ਉਹ ਵਿਚਾਰੇ ਪਾਸਵਾਨ ਸਾਹਿਬ ਚੜ੍ਹਾਈ ਕਰ ਗਏ, ਉਹਨਾਂ ਕੋਲ ਕਈ ਵਾਰ ਮਿਲਿਆ ਸੀ। ਤੋਂ ਜਿਹੜੇ ਹੈਗੇ ਨੇ ਪਿਊਸ਼ ਗੋਇਲ ਜੀ, ਉਹ ਵੈਸੇ ਹੀ ਪੁੱਠਾ ਬੋਲਦੇ ਨੇ, ਉਹਨਾਂ ਨੂੰ ਜਿਸ ਵੇਲੇ ਪਤਾ ਲੱਗ ਜਾਂਦਾ ਕਿ ਪੰਜਾਬੀ 'ਚ ਜੇ ਫਾਈਲ ਚੁੱਕ ਕੇ ਬਾਹਰ ਸੁੱਟ ਦਿੰਦੇ ਨੇ। ਤੇ ਸਾਡੀਆਂ ਜਿਹੜੀਆਂ ਚੀਜ਼ਾਂ ਨੇ ਉੱਥੋਂ ਗਵਰਨਮੈਂਟ ਆਫ ਇੰਡੀਆ ਦੇ ਫਿਰ ਵੀ ਪਿਛਲੇ ਸਬਸਿਡੀ ਵਾਲਾ ਪੈਸਾ ਫਿਰ ਵੀ ਸਾਰੀ ਪਿਛਲੀ ਜਿਹੜੀ ਪੇਮੈਂਟ ਆ ਉਹ ਅਸੀਂ ਲਾ ਦਿੱਤੀ। ਤੇ ਜਿਹੜੀ ਹੁਣ ਆ ਉਹ ਮੈਂ ਕੱਲ੍ਹ ਹੀ ਕਿਹਾ, ਮੈਂ ਕਿਹਾ ਜੀ ਸਾਨੂੰ ਤੁਸੀਂ ਪੇਮੈਂਟ ਜਿਹੜੀ ਦੇਣੀ ਆ ਉਹ ਲਾਸਟ ਵਿੱਚ ਨਾ ਦਿਓ, ਸਟਾਰਟ ਦੇ ਵਿੱਚ ਜਿਹੜੀ ਆ ਕਿ ਜਿਹੜਾ 35 ਰੁਪਏ ਦਾ ਗੈਪ ਹੁੰਦਾ ਉਹ ਸਾਨੂੰ ਦੇ ਦਿਓ, ਤਾਂ ਕਿ ਅਸੀਂ ਕਿਸਾਨਾਂ ਦੀ ਉਹ ਪੇਮੈਂਟ ਕਰ ਦਈਏ। ਤੇ April ਦੇ ਵਿੱਚ ਜਦੋਂ ਸੋਇੰਗ ਹੋਣੀ ਆ, ਗੰਨੇ ਦੀ ਬਿਜਾਈ ਹੋਣੀ ਆ, ਉਹ ਕਿਸਾਨਾਂ ਨੂੰ ਆ ਜਾਏ ਕਿ ਸਾਡੀ ਪੇਮੈਂਟ ਰੈਗੂਲਰ ਚੱਲ ਪਈ ਆ ਤੇ ਅਸੀਂ ਗੰਨਾ ਬੀਜ ਕੇ ਤੇ ਇਹਨਾਂ ਦੇ ਗਲੋਂ ਜਿਹੜਾ ਇੰਨਾ ਡਰਾਉਂਦੇ ਰਹਿੰਦੇ ਨੇ ਮੋਦੀ ਸਾਹਿਬ, ਤੇ ਅਸੀਂ ਪੰਜਾਬ ਸਰਕਾਰ ਉਹਨੂੰ ਆਪਣਾ ਉਸ ਲੈਵਲ ਉਹਦੇ ਵਿੱਚ ਹੀ ਅਸੀਂ ਜਿਹੜੀ ਤੁਹਾਡੇ ਕਰ ਰਹੇ ਹਾਂ। ਆਸ਼ੂ ਜੀ ਨੇ ਵਾਕਈ ਜਿਹੜੇ ਮੈਂ ਆਸ਼ੂ ਜੀ ਨੂੰ ਵਧਾਈ ਦਊਂਗਾ ਕਿ ਅਕਾਲੀ ਗਵਰਨਮੈਂਟ ਵੇਲੇ ਜੋ ਲਿਫਟਿੰਗ ਦਾ ਤੇ ਦੂਸਰੀ ਪ੍ਰੋਕਿਉਰਮੈਂਟ ਦਾ ਰੌਲਾ ਪੈਂਦਾ ਰਿਹਾ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਤੇ ਪਿੰਡਾਂ ਦੇ ਵਿੱਚ ਆਏ, ਕਦੀ ਪ੍ਰੋਕਿਉਰਮੈਂਟ ਵੇਖੀ ਸੀ ਜਿਹੜੀ ਮੰਤਰੀ ਜੀ ਨੇ ਕੀਤੀ ਮੁੱਖ ਮੰਤਰੀ ਦੇ ਟਾਈਮ 'ਚ ਹੋਈ? ਅਕਾਲੀਆਂ ਵੇਲੇ ਕਿਉਂ ਨਹੀਂ ਸੀ ਹੁੰਦੀ, ਕਿਉਂ ਨਹੀਂ ਸੀ ਪੇਮੈਂਟ ਹੁੰਦੀ? ਉਹਦੇ 'ਚ ਅਸੀਂ ਇਹ ਕੀਤਾ ਕਿ ਗੁਰਦਾਸਪੁਰ ਵਾਲੀ ਮਿਲ ਜਿਹੜੀ ਆ ਉਹਨੂੰ 5000 ਤੋਂ 7000 ਜਿਹੜੀ ਕਪੈਸਿਟੀ 'ਤੇ ਲੈ ਚੱਲੇ ਔਰ ਉਹਨੂੰ ਡਾਇਰੈਕਟ ਐਥਨੋਲ 'ਤੇ ਕਰ ਦੇਣ ਲੱਗੇ ਹਾਂ ਕਿ ਜੂਸ ਤੋਂ ਸਿੱਧੇ ਐਥਨੋਲ ਬਣੇਗੀ। 57 ਰੁਪਏ ਵੇਚਾਂਗੇ, ਕਿਸਾਨ ਦੀ ਪੇਮੈਂਟ ਜਿਹੜੀ ਔਨ ਦੇ ਸਪੌਟ ਕਰਾਂਗੇ।
ਇਸੇ ਤਰ੍ਹਾਂ ਬਟਾਲੇ ਵਾਲਾ ਜਿਹੜਾ ਪਲਾਂਟ ਆ ਉਹ 3500 ਤੋਂ 5000 ਤੱਕ ਲੈ ਕੇ ਚੱਲੇ ਆ। ਉੱਥੇ ਫਾਰਮਾਸਿਊਟੀਕਲ ਜਿਹੜੀ ਚੀਨੀ ਬਣੇਗੀ, ਦੂਜੀ ਚੀਨੀ ਨਹੀਂ ਬਣੇਗੀ, ਤਾਂ ਕਿ ਅਸੀਂ ਉਹਦੀ ਕਿਸਾਨ ਦੇ ਜਿਹੜੇ ਗੰਨਾ ਵਾ, ਸਭ ਤੋਂ ਵੱਧ ਜੇ ਕੋਈ ਗੰਨਾ ਇਸ ਵੇਲੇ ਪੈਦਾ ਕਰ ਰਿਹਾ ਤਾਂ ਉਹ ਮਾਝੇ 'ਚ ਹੈ, ਖਾਸ ਕਰਕੇ ਅੰਮ੍ਰਿਤਸਰ ਵਾਲੀ ਮਿਲ, ਗੁਰਦਾਸਪੁਰ ਇਸ ਵੇਲੇ 5 ਮਿੱਲਾਂ ਨੂੰ ਜਿਹੜਾ ਗੰਨਾ ਸਪਲਾਈ ਕਰ ਰਿਹਾ। ਭੋਗਪੁਰ ਤੋਂ ਲੈ ਕੇ ਦੋਨੋਂ ਹੁਸ਼ਿਆਰਪੁਰ ਵੱਲ ਨੂੰ ਆਪਾਂ ਚੱਲ ਪਈਏ ਅਪ ਟੂ ਅਜਨਾਲਾ ਮਿਲ ਨੂੰ ਕਰ ਰਿਹਾ। ਬਟਾਲਾ, ਗੁਰਦਾਸਪੁਰ, ਬੁੱਟਰ ਮਿਲ, ਕੀੜੀ ਅਫਗਾਨਾ ਮਿਲ ਔਰ ਜਿਹੜੇ ਮੁਕੇਰੀਆਂ ਮਿਲ ਨੂੰ, ਇੰਨਿਆਂ ਨੂੰ ਇਹ ਡਿਸਟ੍ਰਿਕਟ ਜਿਹੜੇ ਕਰ ਰਹੇ ਨੇ। ਇਸ ਕਰਕੇ ਸਾਡਾ ਜ਼ਿਆਦਾ ਧਿਆਨ ਹੈ ਕਿ ਪੋਕਟ ਵਾਈਜ਼ ਵੇਖੋ ਕਿ ਜਿੱਥੇ ਕਣਕ ਚਾਹੀਦੀ ਉੱਥੇ ਕਣਕ ਪੂਰੀ ਬਿਜਾਈ ਕਰਾਓ, ਜਿੱਥੇ ਝੋਨਾ ਚਾਹੀਦਾ, ਜਿੱਥੇ ਬਾਕੀ ਫਸਲਾਂ ਚਾਹੀਦੀਆਂ। ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਬਾਦਲ ਸਾਹਿਬ ਕਹਿੰਦੇ ਮੈਂ ਬੜਾ ਵੱਡਾ ਕਿਸਾਨ ਹਾਂ, ਮੈਂ ਵੀ ਬੜੀ ਰਿਸਪੈਕਟ ਕਰਦਾ ਉਹਨਾਂ ਦੀ ਕਿ ਬੜੇ ਪੁਰਾਣੇ ਨੇ, ਬਜ਼ੁਰਗ ਨੇ ਸਾਡੇ, ਤੇ ਜਿੱਥੇ ਲਾਉਣੀ ਸੀ ਸ਼ੂਗਰ ਮਿਲ ਉੱਥੇ ਚੁੱਕ ਕੇ ਹੋਰ ਚੁੱਗੋ ਜਲਾ ਦਿੰਦੇ ਸੀ। ਮੈਂ ਮਲੋਟ ਦੀ ਜਿਹੜੀ ਮਾਰਕੀਟ ਉੱਤੇ ਕਰਜ਼ੇ ਕਿੰਨੇ ਚ ਰਹਿ ਨਹੀਂ ਰਣਦਾਸ ਗੌਰਵ, ਤੁਹਾਡੇ ਵੀ ਯਾਦ ਹੋਣਾ ਕਿ ਫਰੀਦਕੋਟ ਦੀ ਸ਼ੂਗਰ ਮਿਲ ਦਾ ਬੜਾ ਰੌਲਾ ਪਿਆ ਸੀ, ਉਹ ਬਿਜਲੀ ਵੀ ਪੈਦਾ ਕਰਦੀ ਸੀ। ਦੇਖੋ ਜਦੋਂ ਚੱਲਦੀ ਸੀ ਉਦੋਂ ਤਾਂ ਉੱਥੇ ਗੰਨਾ ਹੁੰਦਾ ਸੀ, ਉਹਨੂੰ ਚਲਾਉਣ ਦੀਆਂ ਬੜੀਆਂ ਗੱਲਾਂ ਹੋਈਆਂ। ਬਾਦਲ ਸਾਹਿਬ ਬੰਦ ਕਰਕੇ ਚੁੱਕ ਕੇ ਪੂੜਾ ਨੂੰ ਦੇ ਰੰਧਾਵਾ ਸਾਹਿਬ ਅਜੇ ਪਿਆ ਸੀ ਸਾਰਾ ਕੁਝ, ਤੁਸੀਂ ਉਹਨੂੰ ਦੁਬਾਰਾ ਉਹਨੂੰ ਰਿਵਿਊ ਕਰਕੇ ਦੇਖ ਲੈਂਦੇ। ਮੇਰੇ ਆਉਣ ਤੱਕ ਤੇ ਉਹ ਸਾਰੀ ਜ਼ਮੀਨ ਵੀ ਦੇ ਦਿੱਤੀ ਪੂੜਾ ਨੂੰ, ਉੱਥੇ ਤੇ ਕਾਲੋਨੀ ਬਣ ਗਈ, ਸਾਰੀ ਮਿਲ ਵੀ ਪੁੱਟ ਕੇ ਬਾਹਰ ਸੁੱਟ ਦਿੱਤੀ। ਰੀਅਲ ਏਸਟੇਟ ਕਿਸਾਨੀ ਤੋਂ ਰੀਅਲ ਏਸਟੇਟ ਡਿਵੈਲਪਰ ਬਣ ਗਏ ਨਾ, ਉੱਧਰ ਵੜ ਗਏ ਨਾ, ਉਹਨਾਂ ਦੇ ਪਰਿਵਾਰਕ ਮੈਂਬਰ ਕਿਸਾਨ ਫਸਲ 'ਚ ਬਦਲਾਅ ਲੈ ਕੇ ਆਵੇ। ਨਰਪਿੰਦਰ ਤੁਹਾਡੇ ਏਰੀਆ 'ਚ ਮਲੋਟ 'ਚ ਗੰਨੇ ਦਾ ਨਾਂ ਕਿਤੇ ਹੈਗੀ, ਉੱਥੇ ਕਾਟਨ ਹੁੰਦੀ ਸੀ ਨਾ, ਤੇ ਚੁੱਕ ਕੇ ਉੱਥੇ ਸ਼ੂਗਰ ਮਿਲ, ਮਾਰਕੀਟ ਦੀ ਸ਼ੂਗਰ ਮਿਲ ਲਾ ਦਿੱਤੀ। ਉਹ 50 ਕਿਲੋ, ਉਹ ਸਾਡੇ ਕੋਲ ਅੱਜ ਤੱਕ ਕਰਜ਼ਾ ਨਹੀਂ ਉਤਰ ਰਿਹਾ। ਉਹ ਸ਼ੂਗਰ ਮਿਲ ਦਾ ਉੱਥੇ ਚਾਹੀਦੀ ਸੀ ਕਾਟਨ ਮਿਲ ਲੱਗਦੀ, ਤੇ ਉੱਥੇ ਚੁੱਕ ਕੇ ਬਾਦਲ ਸਾਹਿਬ ਨੇ, ਮੈਨੂੰ ਇਹੋ ਨਹੀਂ ਸਮਝ ਲੱਗੀ ਕਿ ਬਾਦਲ ਸਾਹਿਬ ਕਿਹੜੀ ਚੀਜ਼ ਕਰਦੇ ਸੀ, ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ਕਰਦੇ ਸੀ ਜਾਂ ਪੰਜਾਬ ਨੂੰ ਬਚਾਉਣ ਵਾਲੇ ਪਾਸੇ। ਚਲੋ ਆਪਣੇ ਕੋਲ ਆਖਰੀ 4-5 ਹੈਗੇ ਨੇ ਨਿਪਿੰਦਰ, ਤਾਂ ਕੋਸ਼ਿਸ਼ ਕਰਾਂਗੇ ਕਿ ਛੋਟੇ-ਛੋਟੇ ਸਵਾਲ ਤੇ ਜਵਾਬ ਰੱਖੀਏ। ਮੇਰਾ ਇੱਕ ਸਵਾਲ ਹੈਗਾ ਜਿਹੜਾ ਆਪਾਂ ਪੇਮੈਂਟ ਨੂੰ ਲੈ ਕੇ ਹੈਗਾ। ਹਰਿਆਣਾ ਦੀ ਸਰਕਾਰ ਨੇ ਇੱਕ ਦਿਨ ਪਹਿਲਾਂ ਡਿਸੀਜਨ ਲਿਆਂਦਾ ਕਿ ਜੇਕਰ ਕਿਸੇ ਨੂੰ ਦੇਰ ਦੇ ਨਾਲ ਪਹੁੰਚਦੀ ਉਹਨਾਂ ਦੀ ਫਸਲ ਦੀ ਅਦਾਇਗੀ ਹੁੰਦੀ ਹੈ ਤਾਂ 9% ਅਸੀਂ ਵਿਆਜ ਦੇਵਾਂਗੇ। ਉਹਨਾਂ ਨੇ ਆਪਣੇ ਅਫਸਰਾਂ ਨੂੰ ਕਿਹਾ, ਹੁਣ ਮੈਨੂੰ ਐਗਜ਼ੈਕਟਲੀ ਕਲੀਅਰ ਨਹੀਂ ਉਹ ਗੰਨੇ ਨੂੰ ਵਿੱਚ ਉਹਨਾਂ ਨੇ ਸ਼ਾਮਿਲ ਕੀਤਾ ਜਾਂ ਨਹੀਂ, ਪਰ ਬਿਲਕੁਲ ਪ੍ਰੀਕੌਰਮੈਂਟ ਸੀਜ਼ਨ ਤੋਂ ਪਹਿਲਾਂ ਉਹਨਾਂ ਨੇ ਅਨਾਉਂਸ ਕਰਤਾ ਕਿ ਅਸੀਂ 1 ਤਰੀਕ ਤੋਂ ਸਟਾਰਟ ਕਰ ਰਹੇ ਹਾਂ। ਉਹਨਾਂ ਨੇ ਅੱਜ ਅਨਾਉਂਸ ਕਰਿਆ ਹੈ, 3.5 ਸਾਲ ਤੋਂ ਲਾਗੂ ਹੈ। ਸਾਡੇ ਜੇ ਕੋਈ ਆੜਤੀਆ 48 ਘੰਟੇ ਤੋਂ ਜ਼ਿਆਦਾ ਜਿਹੜੀ ਪੇਮੈਂਟ ਅਸੀਂ ਭੇਜਦੇ ਹਾਂ ਹੋਲਡ ਕਰ ਦਿੰਦਾ, ਅਸੀਂ ਪਹਿਲਾਂ ਹੀ ਉਹਨੂੰ ਅਕਾਊਂਟੇਬਲ ਕਰਦੇ ਹਾਂ। ਉਹਨਾਂ ਨੇ ਅੱਜ ਲਾਗੂ ਕੀਤਾ, ਅਸੀਂ 3 ਸਾਲ ਤੋਂ ਆਰਟੀ ਦੇ ਉੱਪਰ ਆ ਗਿਆ ਨਾ ਕਿ ਜੇ ਸਰਕਾਰ ਤੋਂ ਹੀ ਲੇਟ ਆਈ, ਸਰਕਾਰ ਨਹੀਂ ਲੇਟ ਕਰਦੀ। ਸਰਕਾਰ ਇਹੀ ਤਾਂ ਸਾਡੀ ਹੁਣ ਤੱਕ ਦੀ ਕੁਆਲਿਟੀ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ। ਪਿਛਲੀਆਂ 8 ਫਸਲਾਂ ਤੇ ਜਿਹੜਾ ਫਸਲ ਜਿਸ ਦਿਨ ਉਹਨਾਂ ਦੇ ਬਿੱਲ ਸਾਡੇ ਕੋਲ ਪਹੁੰਚਦੇ ਆ, ਅਗਲੇ ਦਿਨ ਅਸੀਂ ਉਹਨਾਂ ਦੀ ਪੇਮੈਂਟ ਕਰ ਦਿੰਦੇ ਆ। ਨਾ 48 ਘੰਟੇ ਤੋਂ ਜ਼ਿਆਦਾ ਸਰਕਾਰ ਕੋਲ ਰੁਕਦੀ ਹੈ, ਨਾ ਹੀ ਅਲਾਓ ਕੀਤਾ ਹੋਇਆ ਉਹਨਾਂ ਨੂੰ ਵੀ ਤੁਸੀਂ 48 ਘੰਟੇ ਤੋਂ ਜ਼ਿਆਦਾ ਰੋਕ ਸਕਦੇ ਹੋ। ਜਦੋਂ ਜਿਹੜਾ ਰੋਕਦਾ ਸਾਡਾ ਪੋਰਟਲ ਜਦ ਹੀ ਦੱਸਦਾ। ਅਸੀਂ ਤੁਹਾਡੇ ਨਾਰਾਜ਼ ਵੀ ਚੱਲ ਰਹੇ ਆ ਜੀ, ਉਹ ਪ੍ਰਦਰਸ਼ਨ ਵੀ ਕਰ ਰਹੇ ਸੀ, ਉਹਨਾਂ ਦੇ ਤਿਆਰੀ ਕਰੋ ਅਸੀਂ ਆ ਰਹੇ ਹਾਂ ਚੰਡੀਗੜ੍ਹ ਘੇਰਨਾ ਤੁਹਾਨੂੰ, ਉਹ ਸਾਡਾ ਬਕਾਇਆ ਪਿਆ। ਆਹੀ ਜਵਾਬ ਹੈ ਉਹਨਾਂ ਦਾ। ਉਹ ਇਸ ਕਰਕੇ 131 ਕਰੋੜ ਰੱਖਿਆ ਰਹਿੰਦਾ, ਵੈਸੇ 131 ਕਰੋੜ ਉਹਨਾਂ ਦਾ ਇਸ ਕਰਕੇ ਰਿਹਾ ਵੀ ਜਦੋਂ ਸਟੇਟ ਗਵਰਨਮੈਂਟ ਰਿਫਾਰਮਸ ਲਿਆ ਰਹੀ ਸੀਗੀ, ਜਿਹੜੀ ਇਹਨਾਂ ਦੀ ਗੱਲ ਦਾ ਜਵਾਬ ਹੈ ਵੀ ਪੋਰਟਲ ਤੇ ਆ ਜਾਓ ਸਾਰੇ ਆੜਤੀਏ, ਕੁਝ ਕਿਸਾਨਾਂ ਨੂੰ ਵਰਗਲਾ ਲਿਆ ਇੱਕ ਗਰੁੱਪ ਨੇ, ਜਿਹੜੇ ਗਰੁੱਪ ਦੀ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਤਾਂ ਆਣਾ ਨਹੀਂ ਪੋਰਟਲ ਤੇ, ਅਸੀਂ ਸਿੱਧੀ ਸਾਨੂੰ ਦਿਓ, ਅਸੀਂ ਚੈੱਕ ਕੱਟ ਕੇ ਅੱਗੇ ਕਰਾਂਗੇ। ਪਰ ਅਸੀਂ ਚਾਹੁੰਦੇ ਸੀਗੇ ਵੀ ਕੋਈ ਲੀਕੇਜ ਨਾ ਹੋਵੇ, ਕਿਸਾਨ ਦਾ ਪੈਸਾ ਕਿਸਾਨ ਤੱਕ ਟਾਈਮਲੀ ਪਹੁੰਚੇ। ਅਸੀਂ ਉਹਨਾਂ ਦੀ ਅਨਾਜ ਖਰੀਦ ਪੋਰਟਲ ਲਾਂਚ ਕਰਿਆ ਤੇ ਉਹਨਾਂ ਨੂੰ ਕਿਹਾ ਜਿਹੜਾ ਪੋਰਟਲ ਤੇ ਆ ਜਾਏਗਾ ਉਹਨਾਂ ਦੀ ਆੜਤ ਮਿਲਦੀ ਰਹੇਗੀ। ਉਦੋਂ ਕੀ ਹੱਲ ਨਿਕਲੂਗਾ ਜੀ? 131 ਕਰੋੜ ਉਹ ਬੰਦੇ ਕੋਰਟ 'ਚ ਗਏ, ਉਹਨਾਂ ਨੂੰ ਵਰਗਲਾ ਕੇ ਰੱਖਿਆ। ਉਸ ਸੀਜ਼ਨ ਦੀ ਤਕਰੀਬਨ 800 ਕਰੋੜ ਦੀ ਜਿਹੜੀ ਆੜਤ ਬਣਦੀ ਸੀ, ਅਸੀਂ 650 ਕਰੋੜ ਦਿੱਤੀ ਹੈ, ਤਾਂ ਉਹ ਕਿਉਂ ਨਾ ਦਿੰਦੇ? ਪਰ ਉਹ ਆਪ ਨਹੀਂ ਆਏ। ਉਹ CCL ਅਸੀਂ 2 ਵਾਰ ਐਕਸਟੈਂਡ ਵੀ ਕੀਤੀ। ਆੜਤੀਆਂ ਨੂੰ ਵੀ ਉਹਨਾਂ ਨੂੰ ਪਤਾ ਵੀ ਅਸੀਂ ਵਰਗਲਾਏ ਗਏ, ਸਾਡੇ ਕੋਲੋਂ ਗਲਤੀ ਹੋ ਗਈ। ਉਸ ਤੋਂ ਬਾਅਦ ਉਹ ਪੋਰਟਲ ਤੇ ਆਏ ਤੇ ਅਗਲੇ ਵਾਰ ਤੋਂ ਉਹ ਲੈ ਰਹੇ ਹੈ। ਹਾਂ, ਉਹ 131 ਕਰੋੜ ਅਸੀਂ ਕਲੇਮ ਕਰ ਰੱਖਿਆ ਹੋਇਆ। ਸੈਂਟਰ ਗਵਰਨਮੈਂਟ ਨੇ 200 ਕਰੋੜ ਦੇ ਕਰੀਬ ਆੜਤੀ ਤੇ ਚਾਰजेस ਰੋਕ ਰੱਖੇ ਹੋਏ। ਇੱਕ ਨਾ ਰੰਧਾਵਾ ਸਾਹਿਬ ਦੇ ਕੋਲ ਇੱਕ ਹੋਰ ਮਹਿਕਮਾ, ਇਹ ਕਾਰਪੋਰੇਟ ਮਹਿਕਮੇ, ਚਲੋ ਪੈਸੇ ਪੂਸੇ ਕਿਸਾਨਾਂ ਦੀ ਗੱਲ ਕਰਦੇ ਆ, ਪਰ ਇੱਕ ਚਰਚਾ 'ਚ ਇਹ ਆਪਦੇ ਜੇਲ੍ਹ ਮਹਿਕਮੇ ਕਰਕੇ ਬਾਹਲੇ ਰਹਿੰਦੇ ਆ। ਰੰਧਾਵਾ ਸਾਹਿਬ ਅਤੇ ਗੈਂਗਸਟਰ ਬੜੇ ਜੇਲ੍ਹਾਂ ਦਿੱਤੇ ਆ, ਸਾਰੇ ਇਕੱਠੇ ਕਰਕੇ ਕਹਿੰਦੇ ਇੱਕ ਥਾਂ ਤੇ ਲਿਜਾ ਬਿਠਾਏ। ਬਠਿੰਡਾ ਜੇਲ੍ਹ ਬੜੀ ਚਰਚਾ 'ਚ ਆ ਗਈ। ਮੈਂ ਇਹਦੇ 'ਚ ਦੱਸਣਾ ਚਾਹੁੰਦਾ ਕਿ ਜਿਹੜੀ ਜੇਲ੍ਹ ਡਿਪਾਰਟਮੈਂਟ ਹੈ ਬੜਾ ਵਾਕਿਆ ਚੈਲੰਜਿੰਗ ਡਿਪਾਰਟਮੈਂਟ ਹੈ, ਕਿਉਂਕਿ ਸਾਰੇ ਕ੍ਰਿਮੀਨਲ ਫੜ ਕੇ ਜੇਲ੍ਹਾਂ 'ਚ ਬੰਦ ਕਰ ਦਿੰਦੇ। ਤੇ ਨਾਲ ਹੀ ਮੈਂ ਤੁਹਾਡੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਕਿ ਜੇਲ੍ਹ ਡਿਪਾਰਟਮੈਂਟ ਜਿਹੜਾ ਇਹ ਡਾਇਰੈਕਟ ਕੋਰਟ ਦੇ ਨਾਲ ਸਾਡਾ ਹੈਗਾ। ਸਾਡਾ ਨਾ ਜੇਲ੍ਹ ਮਿਨਿਸਟਰ ਕਿਸੇ ਨੂੰ ਛੱਡ ਸਕਦਾ, ਨਾ ਮੁੱਖ ਮੰਤਰੀ ਛੱਡ ਸਕਦਾ।
ਉਹਦੇ 'ਚ ਜੇ ਕਿਸੇ ਨੂੰ ਪਾਰਡਨ ਮਿਲਣੀ ਹੈ ਤਾਂ ਉਹ ਗਵਰਨਰ ਸਾਹਿਬ ਛੱਡ ਸਕਦੇ ਨੇ। ਦੂਸਰੀ ਚੀਜ਼ ਜੇ ਜੁਡੀਸ਼ੀਅਲ ਰਿਮਾਂਡ ਹੁੰਦਾ ਤਾਂ ਜੇਲ੍ਹ 'ਚ ਬੰਦਾ ਤਾਂ ਆਉਂਦਾ, ਤੇ ਜੇ ਕੋਈ ਬੇਲ ਹੁੰਦੀ ਹੈ ਤੇ ਉਦੋਂ ਜੇਲ੍ਹ 'ਚੋਂ ਬੰਦਾ ਛੱਡਿਆ ਜਾਂਦਾ। ਕੀ ਚੱਕਰ ਹੈ? ਇੱਕ ਮਿੰਟ ਦੱਸ ਦਿੰਦਾ ਇਹਦੇ 'ਚ ਜਿਹੜੇ ਤੁਸੀਂ ਮੈਂ ਵਾਕਿਆ ਜੇ ਡਿਪਾਰਟਮੈਂਟ ਲਿਆ ਫਿਰ ਉਹੀ ਗੱਲ ਆ ਜਾਣੀ ਕਿ ਬਾਦਲ ਸਾਹਿਬ ਨੇ ਜੇਲ੍ਹਾਂ ਹੀ ਵੇਚ ਦਿੱਤੀਆਂ। ਜਿਹੜੇ ਜੇਲ੍ਹਾਂ ਹੀ ਜਦੋਂ ਵੇਚ ਦਿੱਤੀਆਂ ਤੇ ਮੈਂ ਗੁੰਡਿਆਂ ਨੂੰ ਕਿੱਥੇ ਰੱਖਾਂਗਾ? ਨਹੀਂ ਨਵੀਆਂ ਬਣਾਈਆਂ ਹੋ ਗਈਆਂ, ਮੈਂ ਉਹਨਾਂ ਜਿਹੜੀਆਂ ਨਵੀਆਂ ਬਣਾਈਆਂ ਮੈਂ ਤੁਹਾਨੂੰ ਲੈ ਕੇ ਜਾਵਾਂਗਾ, ਤੁਸੀਂ ਉਹਨਾਂ ਜੇਲ੍ਹਾਂ ਨੂੰ ਦੇਖਿਓ ਜਿੱਥੇ ਵਰਕਸ਼ਾਪ ਬਣਾਉਣੀ ਸੀ ਉੱਥੇ ਬੈਠਕਾਂ ਬਣਾ ਦਿੱਤੀਆਂ ਤਾਂ ਕਿ ਬਾਹਰੋਂ ਜੋ ਵੀ ਕਿਸੇ ਨੇ ਸੁੱਟਣਾ ਜਲਦੀ ਕੈਦੀ ਚੁੱਕ ਲੈਣ। ਹੁਣ ਤੁਸੀਂ ਫਿਰੋਜ਼ਪੁਰ ਦੀ ਜੇਲ੍ਹ ਦੀ ਜੇ ਗੱਲ ਕਰਦੇ ਆ ਜਾਂ ਬਠਿੰਡਾ ਉੱਥੋਂ ਦੀ ਅੰਮ੍ਰਿਤਸਰ ਜੇਲ੍ਹਾਂ ਤੇ ਬਣਾ ਲਈਆਂ ਤੇ ਜੇਲ੍ਹਾਂ ਦੇ ਨਾਲ ਹੀ ਉਹਨਾਂ ਨੇ ਚੁੱਕ ਕੇ ਜੇਲ੍ਹ ਦੀ ਗੁਰਦਾਸਪੁਰ ਜੇਲ੍ਹ ਲੈ ਲਓ ਨਾਲ ਦੀ ਨਾਲ ਹੀ ਉਹਨਾਂ ਨੂੰ ਪੂਡਾ ਨੂੰ ਇੰਨਾ ਦਿਵਾਲਾ ਕੱਢ ਦਿੱਤਾ ਕਿ ਜੇਲ੍ਹ ਜਿਹੜੀ ਸੀ ਜੇਲ੍ਹ ਇੱਕ ਸਿਕਿਉਰਿਟੀ ਹੁੰਦੀ ਹੈ ਕਿ ਜਿਹੜੇ ਕੈਦੀ ਅੰਦਰ ਰੱਖਣੇ ਨੇ ਤੇ ਉਹਦੇ ਨਾਲ ਹੀ ਤੁਸੀਂ 4-4 ਮੰਜ਼ਲੀਆਂ ਕੋਠੀਆਂ ਬਣਾ ਦਿਓ ਤੇ ਉੱਥੇ ਫਿਰ ਮੋਬਾਈਲ ਹੀ ਡਿੱਗਣਗੇ ਉੱਥੇ ਹੋਰ ਤੇ ਕੋਈ ਚੀਜ਼ ਡਿੱਗਣੀ ਨਹੀਂ। ਉਹਨਾਂ ਚੀਜ਼ਾਂ ਦਾ ਅਸੀਂ ਕਰਕੇ ਜਿਹੜਾ ਤੁਸੀਂ ਕੀਤਾ ਜੇਲ੍ਹਾਂ ਨੂੰ ਲੈ ਕੇ ਮੇਰੇ ਕੋਲ ਵੀ ਇੱਕ ਦੋ ਸਵਾਲ ਆਉਣੇ ਕਿ ਸਮਾਂ ਖਤਮ ਹੋ ਜਾਣਾ। ਮੈਂ ਇਹਦਾ ਬਠਿੰਡਾ ਜੇਲ੍ਹ ਵਾਲਾ ਬਠਿੰਡੇ ਬਾਰੇ ਬਠਿੰਡੇ ਦਾ ਜਵਾਬ ਦੇ ਜਿਹੜੀਆਂ ਵੱਖ-ਵੱਖ ਤੁਸੀਂ ਚੈਨਲਾਂ ਤੇ ਵੀ ਚੱਲਦਾ ਰਿਹਾ ਅਖਬਾਰਾਂ 'ਚ ਆਉਂਦਾ ਜੀ ਕਿ ਜਿਹੜੀ ਗੈਂਗਸਟਰ ਨੇ ਉਹਨਾਂ ਦਾ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਕੇ ਅਸੀਂ ਸਾਰੀਆਂ ਏਜੰਸੀਜ਼ ਨਾਲ ਗੱਲ ਕੀਤੀ ਕਿ ਇਹ ਦੇਸ਼ ਲਈ ਖਤਰਾ ਨੇ ਜੀ। ਕੱਲੀ ਇਹਦੇ 'ਚ ਪੰਜਾਬ ਗਵਰਨਮੈਂਟ ਦੀ ਨਹੀਂ ਉਹਦੇ 'ਚ IB ਆਈ ਹੈ, ਉਹਦੇ 'ਚ ਤੁਹਾਡੀ ਰੌ ਵੀ ਹੈ, ਉੱਥੇ ਸਾਰੇ ਡਿਪਾਰਟਮੈਂਟ ਆਏ ਨੇ, ਗਵਰਨਮੈਂਟ ਇੰਡੀਆ ਡਾਇਰੈਕਟ ਇਨਵੋਲਵ ਹੋਈ ਉਹਦੇ 'ਚ। ਅਸੀਂ CRPF ਵੀ ਜਿਹੜੀ ਹੈ ਤਾਂ ਹੀ ਜੇਲ੍ਹਾਂ ਦੇ ਵਿੱਚ ਜਾਂਦੀ ਸੀ। ਬਾਰਡਰ ਸਟੇਟ ਹੈ, ਇੱਥੇ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ। ਉਹਨਾਂ ਦਾ ਇੱਕ ਹੁਣ ਕੀਤਾ ਕਿ ਇੱਕ ਜ਼ੋਨ ਡੈਡ ਜ਼ੋਨ ਬਣਾ ਦਿਓ, ਉਹ ਅਸੀਂ ਬਠਿੰਡੇ ਨੂੰ ਕੀਤਾ। ਉੱਥੇ ਜਿੰਨੇ ਜਿਹੋ ਹਾਰਡਕੋਰ ਕ੍ਰਿਮੀਨਲਸ ਨੇ ਇੱਕ ਥਾਂ ਰੱਖ ਕੇ ਉੱਥੇ ਪੂਰੀ CRPF 3 ਟਾਇਰ ਜਿਵੇਂ ਤੁਹਾਡੀ ਤਿਹਾੜ ਜੇਲ੍ਹ ਹੈ ਉਹਦੇ ਵਾਂਗੂ ਅਸੀਂ ਫਸਟ ਜਿਹੜੀ ਸਿਕਿਉਰਿਟੀ ਦਿੱਤੀ CRPF ਨੂੰ, ਉਹਦੇ ਤੋਂ ਬਾਹਰਲੀ IRP ਨੂੰ, ਥਰਡ ਜਿਹੜੀ ਆ ਉਹ ਜੇਲ੍ਹ ਡਿਪਾਰਟਮੈਂਟ ਨੂੰ ਦਿੱਤੀ ਹੈ ਤਾਂ ਕਿ ਇਹੋ ਜਿਹੀ ਜਿਹੜੀ ਰੋਜ਼ ਕੋਈ ਨਾ ਕੋਈ ਗੱਲ ਚੱਲਦੀ ਹੈ ਔਰ ਉਹਦੇ 'ਚ ਕੋਈ ਇਹ ਚੀਜ਼ ਨਾ ਦੇ ਗੁੰਡਿਆਂ ਨੂੰ ਜਦੋਂ ਕੰਟਰੋਲ ਕਰਨਾ ਉਹ ਖੜਤਾਲ ਕਰੀ ਬੈਠੇ ਆ ਜੀ। ਵੇਖੋ ਗੱਲ ਸੁਣੋ, ਜਿਸ ਵੇਲੇ ਕਾਨੂੰਨ ਲਾਗੂ ਹੋਏਗਾ ਉਹਦੇ 'ਚ ਬਹੁਤ ਲੋਕਾਂ ਨੂੰ ਤਕਲੀਫ ਵੀ ਹੁੰਦੀ ਹੈ ਪਰ ਜਿਹੜੀ ਮੈਂ ਇਹ ਕਹਿ ਸਕਦਾ ਕਿ 90% ਜਿਹੜੇ ਕੈਦੀ ਨੇ ਉਹ ਕਦੀ ਵੀ ਵਾਇਲੈਂਸ ਨਹੀਂ ਚਾਹੁੰਦੇ, ਕਦੀ ਅੰਦਰ ਕੋਈ ਇਹੋ ਜਿਹੀ ਕਰਦੇ ਨਹੀਂ। ਅੰਡਰ ਟਰਾਇਲ ਜਿਹੜੇ ਨੇ ਮੈਂ ਤੁਹਾਡੇ ਰਾਹੀਂ ਕੋਰਟ ਨੂੰ ਵੀ ਰਿਕੁਐਸਟ ਕਰੂੰਗਾ ਕਿ ਅੰਡਰ ਟਰਾਇਲ ਜਿਹੜੇ ਆ ਉਹਨਾਂ 'ਚ ਬੜੀ ਫਰਸਟ੍ਰੇਸ਼ਨ ਹੈ ਕਿ ਸਾਡੀ 4-4 5-5 ਸਾਲ ਦੇ ਜਿਹੜੇ ਕੇਸ ਹੀ ਨਹੀਂ ਚੱਲਦੇ ਤੇ ਉਹ ਅੰਦਰ ਬੈਠੇ ਨੇ। ਵਾਕਈ ਇਹਨਾਂ ਚੀਜ਼ਾਂ ਦੀ ਉਹਦੇ ਲਈ ਜਿਹੜੀ ਫਰਸਟ੍ਰੇਸ਼ਨ ਕਰਕੇ ਅਸੀਂ ਸਾਈਕੈਟਰਿਸਟ ਜਿਹੜੇ ਨੇ ਉਹ ਸਾਨੂੰ ਹੈਲਥ ਡਿਪਾਰਟਮੈਂਟ ਨੇ ਦੇ ਦਿੱਤੇ ਨੇ ਔਰ ਨਾਲ ਹੀ ਮੈਂ ਕਿਹਾ ਕਿ ਸਾਈਕੈਟਰਿਸਟ ਤੇ ਚਲੋ ਦਵਾਈ ਦੇ ਦੇਗਾ ਤੇ ਕਾਉਂਸਲਿੰਗ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਉਹਦੇ ਲਈ ਅਸੀਂ ਹਰ ਜੇਲ੍ਹ 'ਚ 3-3 ਕਾਉਂਸਲਰ ਵੀ ਜਿਹੜੇ ਅਪਾਇੰਟ ਕਰਦੇ ਨੇ। ਸ਼ੁਕਰੀਆ ਦਾ ਸਾਹਿਬ, ਸਮਝ ਆਇਤ ਨਹੀਂ ਦੇ ਰਿਹਾ। ਬਿਲਕੁਲ ਸਵਾਲਾਂ ਦਾ ਸਿਲਸਿਲਾ ਜੇ ਹੈ ਕਿ ਸ਼ਾਇਦ ਆਪਾਂ ਹੋਰ 1-2 ਘੰਟੇ ਬੈਠੇ ਰਹੀਏ ਮੁੱਕਾ ਨਹੀਂ ਗੌਰਵ ਜੀ ਅਚੀਵਮੈਂਟ ਇੰਨੀਆਂ ਕਿ ਸਰਕਾਰ ਦੀਆਂ ਵੀ ਉਹ ਤੁਹਾਡਾ ਟਾਈਮ ਖਤਮ ਹੋ ਗਿਆ। ਵਿਰੋਧੀਆਂ ਨੂੰ ਲਿਆਈਏ ਤਾਂ ਉਹ ਅਲੱਗ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਜੁੜਨ ਦੇ ਲਈ। ਰੰਧਾਵਾ ਸਾਹਿਬ ਤੁਹਾਡਾ ਵੀ, ਆਸ਼ੀਸ਼ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਕੀਤੀ ਹੈ ਕਿ 4 ਸਾਲ ਦੇ ਵਿੱਚ ਕੀ ਹੋਇਆ, 1 ਸਾਲ ਦਾ ਅੱਗੇ ਕੀ ਟਾਰਗੇਟ ਹੈ ਸਰਕਾਰ ਦਾ, ਸਰਕਾਰ ਦੇ ਮੰਤਰੀਆਂ ਦਾ, ਉਹ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰੀਏ। ਨਾ ਸਿਰਫ ਲੋਕਾਂ ਦੇ ਸਵਾਲ ਬਲਕਿ ਜਿਹੜੇ ਵਿਰੋਧੀ ਸਵਾਲ ਚੁੱਕਦੇ ਨੇ ਅਸੀਂ ਉਹ ਵੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਏਜੰਡਾ ਪੰਜਾਬ ਤੇ ਮਹਾਮੰਚ ਨਿਊਜ਼ 18 ਦਾ ਅੱਗੇ ਵੀ ਜਾਰੀ ਰਹੇਗਾ। ਸਾਡੇ ਨਾਲ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਨੇ, ਜਿਹੜੇ ਟਾਪ ਲੀਡਰਸ਼ਿਪ ਆ ਉਹ ਜੁੜਦੀ ਰਹੇਗੀ। ਫਿਲਹਾਲ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ।